देश के उन्होंने नौजवानों नाल बहुत वड्डा धोखा मोदी ने किया जी ਜਿਹੜੇ बहुत अत दर्जे की गरीब परिवारों के विचों चल के आउंदे आ। एक पत्रकार ने पूछा कि जी 4 साल बाद की करनगे, तो लैफ्टिनेंट करनल का कहना है कि साडी उद्योगपतियों नाल गल चल रही है। 4 साल की ट्रेनिंग सरकारी पैसे ते नौजवानों नूं दे के कारपोरेट सैक्टर वास्ते एक स्किल जिहड़ी लेबर आ सरकार तैयार करन जा रही आ। ਜਿਹੜਾ ਬੰਦਾ ਕਹਿੰਦਾ ਵੀ 4 ਸਾਲਾਂ ਵਾਸਤੇ ਮੈਂ ਨੌਕਰੀ ਜਾਣਾ, ਉਹ ਤੁਹਾਡੇ ਲੇਹ ਲਦਾਖ ਦੇ ਪਹਾੜਾਂ ਜਾ ਕੇ ਬੈਠ ਜੂਗਾ ਜਾ ਕੇ। ਉਹਨਾਂ ਨੂੰ ਇੱਕ ਤਰ੍ਹਾਂ ਦੇ ਗੁਲਾਮ ਚਾਹੀਦੇ ਜਿਹੜਾ ਉਹ ਭਰਤੀ ਕਰਨਾ ਚਾਹੁੰਦੇ ਆ, ਜਿਨ੍ਹਾਂ ਦੀ 4 ਸਾਲਾਂ 'ਚ ਪੜ੍ਹਾਈ ਛਡਾ ਦੇਣੀ ਆ, ਉਹਨਾਂ ਕੋਲੇ ਦੁਬਾਰਾ ਪੜ੍ਹਨ ਦੇ ਮੌਕੇ ਵੀ ਖਤਮ ਹੋ ਜਾਣੇ ਆ। ਇਸ ਭਾਰਤੀ ਸਮਾਜ ਦਾ ਸੈਨਿਕੀਕਰਨ ਕਰਨਾ ਚਾਹੁੰਦੇ ਆ। ਭਾਰਤੀ ਫੌਜ ਦੇ ਵਿੱਚ ਮੇਰਾ ਖਿਆਲ ਆ 10 ਦੇ ਕਰੀਬ ਰੈਜੀਮੈਂਟਾਂ ਕੰਮ ਕਰਦੀਆਂ, ਤੇ ਇਹਨਾਂ ਨੇ ਉਹ ਰੈਜੀਮੈਂਟਾਂ ਖਤਮ ਕਰਕੇ ਸਾਰੇ ਫੌਜ ਦੇ ਮੂੰਹੋਂ ਭਾਰਤ ਮਾਤਾ ਕੀ ਜੈ ਘਮਾਉਣ ਦੀ ਕੋਸ਼ਿਸ਼ ਕਰਨੀ ਆ। ਕਹਿੰਦੇ ਅਸੀਂ ਅਗਨੀਵੀਰ ਦੇ ਵਿੱਚ ਲੜਕੀਆਂ ਵੀ ਭਰਤੀ ਕਰਾਂਗੇ। ਪ੍ਰੈਸ ਕਾਨਫਰੰਸ ਦੇ ਵਿੱਚ ਫੌਜ ਦੀ ਇੱਕ ਵੀ ਜਿਹੜੀ ਲੇਡੀ ਮੁਖੀ ਨਹੀਂ ਇਹਨਾਂ ਨੇ ਬਿਠਾਈ ਹੈਗੀ। ਬੀਜੇਪੀ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰੀ ਕਹਿ ਦੇ ਕਿ ਸਾਰੇ ਦੰਗਾਕਾਰੀ ਆ, ਪੂਰੇ ਦੇਸ਼ ਦਾ ਨਕਸ਼ਾ ਬਦਲ ਜੂਗਾ 24 ਘੰਟਿਆਂ ਦੇ ਵਿੱਚ ਹੀ। ਜਿਹੜੀ ਫੌਜ ਦੇ ਮੁਖੀ ਨੇ ਕਹੀ ਆ ਕਿ ਰੋਲ ਬੈਕ ਨਹੀਂ ਹੋਊਗਾ, ਠੀਕ ਹੈ, ਇਹ ਉਹੀ ਭਾਸ਼ਾ ਜਿਹੜੀ ਖੇਤੀ ਕਾਨੂੰਨਾਂ ਦੇ ਟਾਈਮ ਮੁਹੰਮਦ ਸ਼ਾਹ ਕਹਿ ਰਿਹਾ ਸੀਗਾ। ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ 17.5 ਸਾਲ ਤੋਂ ਲੈ ਕੇ 21 ਸਾਲ ਦਾ ਜਿਹੜਾ ਨੌਜਵਾਨ ਹੁੰਦਾ ਉਹ ਅੱਗ ਦੀ ਨਾਲ ਹੁੰਦਾ। ਸਵਾਗਤ ਹੈ ਦੋਸਤੋ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਮੋਹਨ ਸਿੰਘ ਔਲਖ। ਦੋਸਤੋ, ਦੇਸ਼ ਦੇ ਵਿੱਚ ਅਗਨੀਪਥ ਨਾਮ ਦੀ ਯੋਜਨਾ ਲੈ ਕੇ ਆਉਂਦੀ ਆ ਮੋਦੀ ਸਰਕਾਰ, ਜਿਹਦਾ ਪੂਰੇ ਦੇਸ਼ ਦੇ ਵਿੱਚ ਵਿਰੋਧ ਹੁੰਦਾ। ਦੂਜੇ ਪਾਸੇ ਸਰਕਾਰ ਇਹ ਕਹਿੰਦੀ ਆ ਕਿ NRC ਕਾਨੂੰਨ ਵੇਲੇ ਮੁਸਲਮਾਨਾਂ ਨੂੰ ਕਾਨੂੰਨ ਸਮਝ ਨਹੀਂ ਆਏ, ਖੇਤੀ ਕਾਨੂੰਨ ਲੈ ਕੇ ਆਂਦੇ ਉਦੋਂ ਕਿਹਾ ਜਾਂਦਾ ਕਿ ਕਿਸਾਨਾਂ ਨੂੰ ਸਮਝ ਨਹੀਂ ਆਏ। ਹੁਣ ਅਗਨੀਪਥ ਨਾਮ ਦੀ ਯੋਜਨਾ ਲੈ ਕੇ ਆਉਂਦੀ ਸਰਕਾਰ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਰੋਹ ਪਾਇਆ ਜਾ ਰਿਹਾ। ਉਹ ਕਹਿ ਰਹੇ ਨੇ ਕਿ ਸਾਡੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ। ਉਹ ਅੱਗਜਨੀ ਵੀ ਕਰ ਰਹੇ ਨੇ। ਦੇਸ਼ ਦੇ ਵਿੱਚ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ, ਜਿਹੜਾ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆਇਆ ਕਿ ਬੰਦ ਹੋਇਆ, ਔਰ ਉਹਦਾ ਬਹੁਤ ਵੱਡਾ ਹੁੰਗਾਰਾ ਨੌਜਵਾਨਾਂ ਨੂੰ ਮਿਲ ਰਿਹਾ। ਪਰ ਦੂਜੇ ਪਾਸੇ ਤਿੰਨਾਂ ਫੌਜ ਮੁਖੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਨੌਜਵਾਨਾਂ ਨੂੰ ਦਬਵੀਂ ਆਵਾਜ਼ ਦੇ ਵਿੱਚ ਡਰਾਇਆ ਵੀ ਜਾਂਦਾ ਕਿ ਤੁਹਾਡੇ ਤੋਂ ਲਿਖ ਕੇ ਲਿਆ ਜਾਊ ਕਿ ਤੁਸੀਂ ਕਿਸੇ ਰੋਸ ਪ੍ਰਦਰਸ਼ਨ ਦਾ ਹਿੱਸਾ ਤਾਂ ਨਹੀਂ ਰਹੇ, ਅਸੀਂ ਪਿੱਛੇ ਨਹੀਂ ਹਟਾਂਗੇ। ਇੱਦਾਂ ਦੀਆਂ ਗੱਲਾਂ ਪਹਿਲਾਂ ਵੀ ਮੋਦੀ ਸਰਕਾਰ ਵੱਲੋਂ ਸਾਹਮਣੇ ਆਈਆਂ। ਸਾਡੇ ਨਾਲ ਨੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂਕੇ। ਆਪਾਂ ਉਹਨਾਂ ਤੋਂ ਜਾਣਾਂਗੇ ਕਿ ਕੀ ਸਾਰਾ ਮਾਮਲਾ, ਮੋਦੀ ਸਰਕਾਰ ਇਹ ਕਿਉਂ ਕਰ ਰਹੀ ਹੈ, ਕੀ ਮੋਦੀ ਸਰਕਾਰ ਵਾਕਿਆ ਨੌਜਵਾਨਾਂ ਦੇ ਉਜਵਲ ਭਵਿੱਖ ਵਾਸਤੇ ਕਰ ਰਹੀ ਹੈ ਜਾਂ ਕੁਝ ਹੋਰ ਮਾਮਲਾ। ਬਾਈ ਜੀ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਬਾਈ ਜੀ, ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿ ਅਗਨੀਪਥ ਯੋਜਨਾ ਜਿਹੜੀ ਇਹਦੇ ਬਾਰੇ ਸਰਕਾਰ ਕਹਿ ਰਹੀ ਹੈ ਕਿ ਬਹੁਤ ਚੰਗੀ ਆ, ਉਜਵਲ ਭਵਿੱਖ ਵਾਸਤੇ ਆ। ਨੌਜਵਾਨ ਕਹਿ ਰਹੇ ਆ ਕਿ ਨਹੀਂ, ਸਾਡੇ ਲਈ ਇਹ ਚੰਗੀ ਨਹੀਂ ਹੈਗੀ, 4 ਸਾਲਾਂ ਬਾਅਦ ਸਾਡਾ ਭਵਿੱਖ ਤਬਾਹ ਹੋ ਜੂ, ਕਿੱਧਰ ਜਾਵਾਂਗੇ। ਇਹਦੇ ਬਾਰੇ ਕੀ ਹੈ ਜੀ? ਸਭ ਤੋਂ ਪਹਿਲੀ ਗੱਲ ਤਾਂ ਦੇਸ਼ ਦੇ ਉਹਨਾਂ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਮੋਦੀ ਨੇ ਕੀਤਾ ਜੀ, ਜਿਹੜੇ ਬਹੁਤ ਅੱਤ ਦਰਜੇ ਦੀ ਗਰੀਬ ਪਰਿਵਾਰਾਂ ਦੇ ਵਿੱਚੋਂ ਚੱਲ ਕੇ ਆਉਂਦੇ ਆ। ਆਪਾਂ ਦੇਖ ਰਹੇ ਕਿ ਸਭ ਤੋਂ ਵੱਧ ਵਿਰੋਧ ਬਿਹਾਰ ਦੇ ਵਿੱਚ ਹੋ ਰਿਹਾ, ਤੇ ਬਿਹਾਰ ਦੇ ਵਿੱਚ ਦੇਸ਼ ਦੀ ਅੱਤ ਦਰਜੇ ਦੀ ਗਰੀਬੀ ਪਾਈ ਜਾਂਦੀ ਆ। ਜਿਨ੍ਹਾਂ ਦੇ ਘਰਾਂ 'ਚ ਰੋਟੀ ਪਾਣੀ ਮਿਲਣਾ ਵੀ ਬਹੁਤ ਔਖਾ, ਉਹ ਵਿਚਾਰੇ ਫੌਜ ਦੀ ਭਰਤੀ ਦੇਖਣ ਵਾਸਤੇ ਉਹਨਾਂ ਨੂੰ ਇੱਕ ਆਸ ਸੀਗੀ। ਹੁਣ ਉਹਨਾਂ ਨੌਜਵਾਨਾਂ ਕੋਲੇ ਹੋਰ ਕੋਈ ਰਾਹ ਨਹੀਂ ਸੀਗਾ, ਕਿਉਂਕਿ ਇਸ ਦੇਸ਼ ਦੇ ਵਿੱਚ ਸਿੱਖਿਆ, ਸਿਹਤ, ਖੇਤੀਬਾੜੀ ਤੋਂ ਲੈ ਕੇ ਹਰ ਇੱਕ ਮਹਿਕਮਾ ਜਿਹੜਾ ਸਰਕਾਰ ਨੇ ਉਹ ਪ੍ਰਾਈਵੇਟ ਕਰਤਾ। ਪੰਜਾਬ 'ਚ ਵੀ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ 2014 ਤੋਂ ਬਾਅਦ ਜਿਹੜੇ ਭਰਤੀ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਵੀ ਹੈ, ਤੇ ਉਹਨਾਂ ਦੀ ਇਕੱਲੀ ਆਸ ਦੀ ਕਿਰਨ ਫੌਜ ਸੀਗੀ ਕਿ ਇੱਕ ਸਰਕਾਰੀ ਨੌਕਰੀ ਆ, 15 ਸਾਲ ਫੌਜ ਲਵਾਉਂਦੀ ਹੈ ਤੇ ਬਾਕੀ ਆਪਦੀ ਮਰਜ਼ੀ ਨਾਲ ਹੋਰ ਵਾਧੋ ਸਮਾਂ ਫੌਜ 'ਚ ਲਾ ਸਕਦੇ ਸੀਗੇ। ਹੁਣ ਉਹ ਫੌਜ ਦੇ ਵਿੱਚ ਵੀ ਜੇ ਘਟਾ ਕੇ 4 ਸਾਲ ਦੀ ਨੌਕਰੀ ਕਰ ਦਿੱਤੀ ਗਈ ਆ, ਤਾਂ ਉਹਨਾਂ ਵਾਸਤੇ ਬਹੁਤ ਵੱਡਾ ਜਿਹੜਾ ਜ਼ਿੰਦਗੀ 'ਚ ਉਹਨਾਂ ਨੂੰ ਧੱਕਾ ਲੱਗਿਆ ਹੈਗਾ। ਮੋਦੀ ਨੇ ਬਹੁਤ ਵੱਡਾ ਧੋਖਾ ਕੀਤਾ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਅਗਨੀਪਥ ਸਕੀਮ ਆ ਸਾਡੇ ਨਾਲ ਮਤਲਬ ਇਹ ਸਭ ਤੋਂ ਵੱਡਾ ਫਰੇਬ ਕਮਾਇਆ ਗਿਆ, ਇਸ ਕਰਕੇ ਇਹਦਾ ਜਿਹੜਾ ਵਿਰੋਧ ਹੋ ਰਿਹਾ। ਦੂਸਰੀ ਗੱਲ ਅਸੀਂ ਇੱਕ ਇਹ ਵੀ ਕਹਿਣਾ ਚਾਹਾਂਗੇ ਕਿ ਇੱਕ ਗੱਲ ਬੜੀ ਵਧੀਆ ਵੀ ਵਾਪਰੀ। ਮੋਦੀ ਸਰਕਾਰ ਦੀ ਇਹ ਕੋਸ਼ਿਸ਼ ਸੀ ਜਿਹੜੇ ਹਿੰਦੀ ਰੀਜਨ ਦੇ ਇਲਾਕੇ, ਹਿੰਦੀ ਰੀਜਨ ਹੈਗਾ ਹਿੰਦੁਸਤਾਨ ਦਾ ਜਿੰਨਾ ਵੀ, ਜਿੱਥੇ ਹਿੰਦੀ ਬੋਲਦੇ ਲੋਕ ਰਹਿੰਦੇ ਆ, ਉਹਨਾਂ ਲੋਕਾਂ ਨੂੰ ਭੜਕਾ ਕੇ RSS ਦੇ ਸੰਘੀ ਬਣਾ ਕੇ ਮੁਸਲਮਾਨਾਂ ਦੇ ਗੱਲ ਪਵਾਉਣਾ ਸੀਗਾ। ਤੇ ਸਭ ਤੋਂ ਵੱਧ ਗੁੰਡੇ ਟੋਲੇ ਕਿੱਥੋਂ ਭਰਤੀ ਕਰਨੇ ਸੀ? UP ਬਿਹਾਰ ਤੋਂ। ਜੇ ਕਹਿਣਾ ਹੋਵੇ ਤਾਂ ਕਿ ਜਿਹੜੇ ਹੱਥਾਂ ਦੇ ਵਿੱਚ ਮੋਦੀ ਨੇ ਭਗਵੇਂ ਝੰਡੇ ਫੜਾਉਣੇ ਸੀਗੇ, ਉਹਨਾਂ ਹੱਥਾਂ ਨੇ ਹੀ ਅਗਨੀਪਥ ਦੇ ਖਿਲਾਫ BJP ਦੇ ਦਫ਼ਤਰਾਂ ਦੇ ਚੜ੍ਹ ਕੇ ਕਮਲ ਦੇ ਫੁੱਲ ਦੇ ਜਿਹੜੇ ਝੰਡੇ ਲਾ ਕੇ ਥੱਲੇ ਸਿੱਟਦੇ ਆ। ਇਹ ਸਿਆਸੀ ਤੌਰ ਤੇ ਬਹੁਤ ਵਧੀਆ ਇੱਕ ਜਿਹੜਾ
ਮਤਲਬ ਵੀ ਇਹ ਮਤਲਬ ਪ੍ਰਦਰਸ਼ਨ ਹੋ ਰਹੇ ਆ ਕਿ ਨੌਜਵਾਨ ਮੋਦੀ ਦੇ ਖਿਲਾਫ ਸੜਕਾਂ ਤੇ ਆ ਗਏ ਆ। ਮੋਦੀ ਸਰਕਾਰ ਦੀ ਜਿਹੜੀ ਅਸਲੀਅਤ ਆ ਉਹ ਨੌਜਵਾਨ ਪਛਾਣ ਰਹੇ ਆ। ਦੂਸਰਾ, ਇਹ ਅਗਨੀਪਥ ਦੀ ਸਕੀਮ ਜਿਹੜੀ ਲਿਆਈ ਆ ਸਰਕਾਰ, ਆਪਾਂ ਨੂੰ ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਆ ਕਿ ਇਹ ਸਰਕਾਰ ਦੋ ਥੰਮਾਂ ਤੇ ਖੜੀ ਆ। ਇੱਕ ਪਾਸੇ ਕਾਰਪੋਰੇਟ ਆ ਤੇ ਦੂਜੇ ਪਾਸੇ ਆਰਐਸਐਸ ਆ। ਤੇ ਕਾਰਪੋਰੇਟ ਆਰਐਸਐਸ ਦੇ ਜਿਹੜੇ ਮਨਸ਼ੇ ਆ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਸਰਕਾਰ ਟਿੱਲ ਦਾ ਜ਼ੋਰ ਲਾਉਂਦੀ ਆ। ਲੋਕ ਵਿਰੋਧ ਕਰਦੇ ਆ, ਲੋਕ ਸੜਕਾਂ ਤੇ ਆਉਂਦੇ ਆ, ਲੋਕਾਂ ਤੇ ਪਰਚੇ ਪਾ ਕੇ ਡਰਾ ਕੇ ਧਮਕਾ ਕੇ ਨੱਪਣ ਵਾਸਤੇ ਇੱਕ ਜਿਹੜੀ ਫੌਜ ਆ ਸਰਕਾਰ ਕੋਲੇ। ਇਸ ਕਰਕੇ ਸਰਕਾਰ ਅਗਨੀਪਥ ਦੀ ਸਕੀਮ ਲਿਆ ਕੇ ਫੌਜ ਦੇ ਨਾਲ ਜਿਹੜੀ ਛੇੜਛਾੜਾ ਛੁਡੂ ਉਹ ਕੱਟ ਚੁੱਕੀ ਆ। ਫੌਜ ਨੂੰ ਪੂਰੇ ਤਰੀਕੇ ਨਾਲ ਆਪਦੇ ਚ ਕੰਟਰੋਲ ਦੇ ਵਿੱਚ ਲਿਆਉਣ ਵਾਸਤੇ ਜਿਹੜਾ ਇਹ ਅਗਨੀਪਥ ਦੀ ਸਕੀਮ ਲਿਆਂਦੀ ਗਈ ਆ। ਸਰਕਾਰ ਇਹ ਕਹਿ ਰਹੀ ਆ ਕਿ ਅਸੀਂ 17.5 ਸਾਲ ਤੋਂ ਲੈ ਕੇ 21 ਸਾਲ ਜਾਂ 23 ਸਾਲ ਤੱਕ ਦੇ ਨੌਜਵਾਨ ਮਤਲਬ ਯੰਗ ਬਲੱਡ ਜਿਹੜਾ ਫੌਜ ਦੇ ਵਿੱਚ ਉਹ ਭਰਤੀ ਕਰਨਾ। ਕਾਹਦੇ ਅਰਥੇ ਭਰਤੀ ਕਰਨਾ? ਸਿਰਫ ਇਸ ਕਰਕੇ ਮਰਾਉਣ ਵਾਸਤੇ ਭਰਤੀ ਕਰਨਾ ਤਾਂ ਕਿ ਕੱਲ ਨੂੰ ਕੋਈ ਚੈਲੰਜ ਆਉਂਦੇ ਆ ਸਰਕਾਰ ਦੇ ਖਿਲਾਫ ਉਹਨਾਂ ਨੂੰ ਨੱਪਣ ਵਾਸਤੇ ਫੌਜ ਜਿਹੜੀ ਆ ਪੂਰੀ ਤਰ੍ਹਾਂ ਆਪਦੇ ਕੰਟਰੋਲ ਦੇ ਵਿੱਚ ਹੋਵੇ। ਇਸ ਕਰਕੇ ਜਿਹੜੀ ਅਗਨੀਪਥ ਦੀ ਸਕੀਮ ਸਰਕਾਰ ਨੇ ਲਿਆਂਦੀ ਆ। ਸਰਕਾਰ ਕਹਿ ਰਹੀ ਹੈ ਕਿ ਇਹ ਨੌਜਵਾਨਾਂ ਦੇ ਉਜਵਲ ਭਵਿੱਖ ਵਾਸਤੇ ਆ। ਪਹਿਲਾਂ ਵੀ ਸਰਕਾਰ ਨੇ ਕਿਹਾ ਕਿ ਜਦੋਂ ਐਨਆਰਸੀ ਸੀਏ ਕਾਨੂੰਨ ਆਏ ਉਦੋਂ ਕਿਹਾ ਕਿ ਇਹ ਮੁਸਲਮਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਸਮਝ ਨਹੀਂ ਆਏ। ਖੇਤੀ ਕਾਨੂੰਨਾਂ ਬਾਰੇ ਵੀ ਮੋਦੀ ਸਰਕਾਰ ਇਹੀ ਲੈ ਕੇ ਆਉਂਦੀ। ਹੁਣ ਫੇਰ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਸਮਝ ਨਹੀਂ ਆ ਰਹੇ। ਇਹ ਕੀ ਵਾਕਈ ਸਰਕਾਰ ਜਿਵੇਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੇ ਕਿਹਾ ਜਾਂ ਫੌਜ ਮੁਖੀਆਂ ਨੇ ਕਿਹਾ ਕਿ ਪਿੱਛੇ ਨਹੀਂ ਹਟਾਂਗੇ, ਲਿਖ ਕੇ ਲਾਵਾਂਗੇ, ਜੇ ਕੋਈ ਪ੍ਰਦਰਸ਼ਨ 'ਚ ਸ਼ਾਮਲ ਹੁੰਦਾ ਉਹਨੂੰ ਭਰਤੀ ਨਹੀਂ ਕੀਤਾ ਜਾਊਗਾ, ਉਹਨਾਂ ਨੂੰ ਮਤਲਬ ਭਵਿੱਖ ਦੇ ਵਿੱਚ ਰੋਕ ਲਾਈ ਜਾਊਗੀ। ਕੀ ਲੱਗਦਾ ਕਿ ਸਰਕਾਰ ਦੀ ਕੋਈ ਹੋਰ ਮਨਸ਼ਾ ਕਿ ਜਾਂ ਉਹਨਾਂ ਨੂੰ ਡਰਾ ਕੇ ਮਤਲਬ ਉਹਨਾਂ ਨੂੰ ਇਸੇ ਅਗਨੀ ਯੋਜਨਾ ਦੇ ਪੱਖ 'ਚ ਭੁਗਤਾਉਣਾ ਜਾਂ ਕੁਝ ਹੋਰ ਲੱਗਦਾ? ਇਸ ਗੱਲ ਦਾ ਜਵਾਬ ਨਾ ਮੈਂ ਤੁਹਾਨੂੰ ਜਿਹੜੇ ਫੌਜ ਦੇ ਵੱਡੇ ਵੱਡੇ ਮੁਖੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਦੇ ਮੂੰਹੋਂ ਹੀ ਕਈਆਂ ਹੋਈਆਂ ਗੱਲਾਂ ਦੇ ਮੈਂ ਤੁਹਾਨੂੰ ਜਵਾਬ ਦਊਂਗਾ ਜਿਹੜੀਆਂ ਉਹਨਾਂ ਨੇ ਬੋਲੀਆਂ ਹੈਗੀਆਂ। ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੇ ਪੂਰਾ ਮਤਲਬ ਚਿੱਟੇ ਦਿਨ ਵਾਂਗੂ ਸਾਫ਼ ਕਰਤਾ ਕਿ ਅਗਨੀਪਥ ਸਕੀਮ ਲਿਆਂਦੀ ਕਾਹਦੇ ਵਾਸਤੇ ਆ। ਇੱਕ ਗੱਲ ਲੈਫਟੀਨੈਂਟ ਕਰਨਲ ਜਿਹੜੇ ਆ ਪੁਰੀ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ, ਸਫਾਈਆਂ ਦੇ ਰਹੇ ਸੀ, ਉਹਨਾਂ ਨੇ ਮੂੰਹੋਂ ਇਹ ਗੱਲ ਬੋਲ ਕੇ ਕਹੀ ਤੇ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਬੜਾ ਹੁੱਬ ਕੇ ਕਹਿ ਰਹੇ ਸੀਗੇ ਕਿ ਸਾਨੂੰ ਸਕਿਲਡ ਲੋਕ ਚਾਹੀਦੇ ਆ, ਸਾਨੂੰ ਸਕਿਲਡ ਨੌਜਵਾਨ ਚਾਹੀਦੇ ਆ। ਉਹਨਾਂ ਦਾ ਇਹ ਕਹਿਣਾ ਸੀ ਕਿ 4 ਸਾਲ ਭਰਤੀ ਕਰਕੇ ਅਸੀਂ ਸਕਿੱਲ ਜਿਹੜੀ ਆ ਨੌਜਵਾਨਾਂ ਦੀ ਉਹਨੂੰ ਹੋਰ ਤੀਖਣ ਕਰਾਂਗੇ, ਉਹਨੂੰ ਹੋਰ ਮਤਲਬ ਵੀ ਉਹਨੂੰ ਵਧੀਆ ਤਰੀਕੇ ਨਾਲ ਸੁਧਾਰ ਉਹਦੇ ਵਿੱਚ ਲਿਆਵਾਂਗੇ। ਹੁਣ ਫੌਜ ਦਾ ਮੁਖੀ ਇਹ ਗੱਲ ਕਹਿ ਰਿਹਾ ਤੇ ਦੂਜੇ ਪਾਸੇ ਤੁਸੀਂ ਜਿੰਨੀਆਂ ਵੀ ਬਹੁਤ ਮਲਟੀਨੈਸ਼ਨਲ ਬਹੁਤ ਕੌਮੀ ਕੰਪਨੀਆਂ ਹੈਗੀਆਂ ਉਹ ਜਦੋਂ ਵੀ ਕੋਈ ਜੌਬ ਤੇ ਨੌਜਵਾਨ ਨੂੰ ਰੱਖਣਾ ਹੈਗਾ ਉਹਨਾਂ ਦੇ ਡਾਕੂਮੈਂਟ 'ਚ ਬਕਾਇਦਾ ਤੌਰ ਤੇ ਗੱਲ ਲਿਖੀ ਹੁੰਦੀ ਆ ਕਿ ਸਾਨੂੰ ਸਕਿਲਡ ਲੇਬਰ ਚਾਹੀਦੀ ਆ। ਜਿਹੜਾ ਫੌਜ ਦਾ ਮੁਖੀ ਆ ਉਹਨੇ ਇਕੱਲਾ ਸਕਿਲਡ ਨੌਜਵਾਨ ਕਿਹਾ, ਇੱਕ ਗੱਲ ਉਹ ਛੱਡ ਗਿਆ। ਪੂਰਾ ਕਾਰਪੋਰੇਟ ਦਾ ਵਾਕ ਕੀ ਹੈਗਾ? ਸਕਿਲਡ ਐਂਡ ਚੀਪ ਲੇਬਰ, ਮਤਲਬ ਸਕਿੱਲ ਕੁਸ਼ਲ ਤੇ ਚੀਪ ਮਤਲਬ ਬਹੁਤ ਸਸਤੀ ਕਿਰਤ ਜਿਹੜੀ ਆ ਕਾਰਪੋਰੇਟ ਸੈਕਟਰ ਨੂੰ ਚਾਹੀਦੀ ਆ। ਤੇ ਜੇ ਫੌਜ ਦਾ ਮੁਖੀ ਖੁਦ ਬੋਲ ਕੇ ਗੱਲ ਕਹਿ ਰਿਹਾ, ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੀ 4 ਸਾਲਾਂ ਬਾਅਦ ਕੀ ਕਰਨਗੇ ਤਾਂ ਲੈਫਟੀਨੈਂਟ ਕਰਨਲ ਦਾ ਇਹ ਕਹਿਣਾ ਹੈਗਾ ਕਿ ਸਾਡੀ ਉਦਯੋਗਪਤੀਆਂ ਨਾਲ ਗੱਲ ਚੱਲ ਰਹੀ ਆ ਤੇ ਦੇਸ਼ ਇੰਨਾ ਬੇਵਕੂਫ ਨਹੀਂ ਹੈਗਾ। ਮਤਲਬ ਐਡਾ ਸਿਖਰ ਤੇ ਕੰਮ ਪਹੁੰਚ ਚੁੱਕਿਆ ਕਿ ਫੌਜ ਦੇ ਮੁਖੀ ਦੇ ਮੂੰਹੋਂ ਇਹ ਗੱਲ ਹੁਣ ਨਿਕਲੇ ਬਾਹਰ ਆ ਗਈ ਆ ਕਿ ਜੋ ਕੁਝ ਕਰ ਰਿਹਾ ਉਦਯੋਗਪਤੀਆਂ ਵਾਸਤੇ ਕਰ ਰਿਹਾ। ਇਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 4 ਸਾਲ ਦੀ ਟ੍ਰੇਨਿੰਗ ਸਰਕਾਰੀ ਪੈਸੇ ਤੇ ਨੌਜਵਾਨਾਂ ਨੂੰ ਦੇ ਕੇ ਕਾਰਪੋਰੇਟ ਸੈਕਟਰ ਵਾਸਤੇ ਇੱਕ ਸਕਿੱਲ ਜਿਹੜੀ ਲੇਬਰ ਆ ਸਰਕਾਰ ਤਿਆਰ ਕਰਨ ਜਾ ਰਹੀ ਆ। ਉਹ ਸਕਿਲਡ ਵੀ ਹੋਊਗੀ ਤੇ ਦੂਜੇ ਪਾਸੇ ਉਹ ਚੀਪ ਲੇਬਰ ਵੀ ਹੋਊਗੀ। ਘੱਟ ਪੈਸਿਆਂ ਤੇ ਵੱਧ ਕੰਮ ਲੈਣ ਵਾਸਤੇ ਉਹਨਾਂ ਨੂੰ ਜਿਹੜਾ ਇਹ ਅਗਨੀਪਥ ਸਕੀਮ ਦੇ ਤਹਿਤ ਭਰਤੀ ਕੀਤਾ ਜਾਊਗਾ ਤੇ ਘੱਟ ਪੈਸਿਆਂ ਤੇ ਤੁਸੀਂ ਕੰਮ ਕਰਨਾ ਇਹ ਉਹਨੂੰ 4 ਸਾਲਾਂ 'ਚ ਸਿਖਾਇਆ ਜਾਊਗਾ ਕਿ ਵੱਧ ਪੈਸਿਆਂ ਤੇ ਕੰਮ ਕਰਨਾ, ਵੱਧ ਸਾਲਾਂ ਵਾਸਤੇ ਨੌਕਰੀ ਕਰਨਾ ਇਹ ਤੁਹਾਡਾ ਅਧਿਕਾਰ ਨਹੀਂ ਹੈਗਾ। ਤੁਸੀਂ ਘੱਟ ਪੈਸਿਆਂ ਤੇ ਕਰਨਾ ਤੇ ਘੱਟ ਸਮੇਂ ਦੇ ਵਿੱਚ ਕਰਨਾ ਤੇ ਜਦੋਂ ਚਾਹੀਏ ਤੁਹਾਨੂੰ ਕੱਢ ਸਕੀਏ। ਇਹ ਪਹਿਲਾਂ ਹੀ ਫੌਜ ਜਿਹੜੀ ਆਦਤ ਪਾ ਕੇ ਫਿਰ ਕਾਰਪੋਰੇਟ ਜਿਹੜੇ ਮਗਰਮੱਛ ਬੈਠੇ ਆ ਉਹਨਾਂ ਦੇ ਮੂੰਹ ਦੇ ਅੱਗੇ ਜਿਹੜੀ ਸਰਕਾਰ ਉਹਨਾਂ ਨੂੰ ਸਿੱਟੂਗੀ। ਦੂਸਰੀ ਗੱਲ ਕਰਨਲ ਮੁਖੀ ਨੇ ਇਹ ਗੱਲ ਕਹੀ ਆ ਕਿ ਸਾਨੂੰ ਡਿਸਪਲਿਨਡ ਫੋਰਸ ਚਾਹੀਦੀ ਆ। ਤੁਹਾਡੇ ਵਾਲੀ ਗੱਲ ਹੀ ਕਿ ਕਹਿੰਦੇ ਜਿਹੜੇ ਇਹ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੇ ਆ ਅਸੀਂ ਉਹਨਾਂ ਨੂੰ ਫੌਜ ਦੇ ਵਿੱਚ ਕੋਈ ਸਪੇਸ ਨਹੀਂ ਦੇਵਾਂਗੇ। ਉਹਨਾਂ ਦਾ ਇੱਕ ਦੋ ਟੁੱਕੇ ਜਵਾਬ ਸੀਗਾ ਕਿ ਫੌਜ 'ਚ ਸਾਨੂੰ ਬਹੁਤ ਡਿਸਪਲਿਨ ਲੋਕ ਚਾਹੀਦੇ ਆ। ਡਿਸਪਲਿਨ ਭੰਗ ਕਿਹਨੇ ਕੀਤਾ? ਕੀ ਨੌਜਵਾਨਾਂ ਨੇ ਕੀਤਾ? ਤੁਸੀਂ ਜਿਹੜੀ 15 ਸਾਲ ਦੀ ਪਹਿਲਾਂ ਫੌਜ ਦੀ ਨੌਕਰੀ ਸੀਗੀ ਡਿਸਪਲਿਨ ਦਾ ਤੁਸੀਂ ਆਪ ਭੰਗ ਕੀਤਾ। ਵੱਡੇ ਵੱਡੇ ਕਰਨਲ ਜਰਨਲ ਬ੍ਰਿਗੇਡੀਅਰ ਜਿਹੜੇ ਰਿਟਾਇਰ ਹੈਗੇ ਆ ਉਹ ਖੁਦ ਇਹ ਗੱਲ ਕਹਿ ਰਹੇ ਆ ਕਿ ਜੇ ਤੁਸੀਂ 4 ਸਾਲਾਂ ਵਾਸਤੇ ਨੌਜਵਾਨਾਂ ਨੂੰ ਭਰਤੀ ਕਰਨਾ ਦੇਸ਼ ਦੀ ਸੁਰੱਖਿਆ ਵਾਸਤੇ ਵੀ ਖਤਰਨਾਕ ਆ। ਜਿਹੜਾ ਬੰਦਾ ਕਹਿੰਦਾ ਵੀ 4 ਸਾਲਾਂ ਵਾਸਤੇ ਮੈਂ ਨੌਕਰੀ ਜਾਣਾ ਉਹ ਤੁਹਾਡੇ ਲੇਹ ਲਦਾਖ ਦੇ ਪਹਾੜਾਂ ਜਾ ਕੇ ਬੈਠ ਜੂਗਾ ਜਾ ਕੇ। ਕੱਲ੍ਹ ਹੀ ਇੱਕ ਕੁਲਦੀਪ ਸਿੰਘ ਨਾਂ ਦੇ ਕੋਈ ਸ਼ਾਇਦ ਰਿਟਾਇਰ ਬ੍ਰਿਗੇਡੀਅਰ ਆ ਇੱਕ ਇੰਟਰਵਿਊ 'ਚ ਉਹ ਗੱਲ ਕਹਿ ਰਹੇ ਸੀਗੇ, ਕਹਿੰਦੇ ਹੂ ਇਸੇ ਤਰ੍ਹਾਂ ਦੀ ਜਿਹੜੀ ਆਰਜੀ ਫੌਜ ਆ ਚਾਈਨਾ ਫੌਜ ਦੇ ਵਿੱਚ ਵੀ ਹੈਗੀ ਆ
ਕਿਸੇ ਟਾਈਮ ਗਲਵਾਨ ਘਾਟੀ ਦੇ ਵਿੱਚ ਭਾਰਤੀ ਫੌਜ ਦਾ ਝਗੜਾ ਹੋਇਆ ਸੀ ਚਾਈਨਾ ਦੀ ਫੌਜ ਦੇ ਨਾਲ, ਤੇ ਚਾਈਨਾ ਦੇ ਫੌਜ ਨੇ ਕੀ ਕੀਤਾ, ਜਿਹੜੇ ਆਰਜੀ ਫੌਜੀ ਸੀ ਉਹ ਮੂਹਰੇ ਕਰਤੇ ਤੇ ਸਾਡੇ ਵਾਲੇ ਪੱਕੇ ਸੀਗੇ, ਤੇ ਫੌਜ ਜਿਹੜੇ ਚਾਈਨਾ ਦੇ ਫੌਜੀ ਸੀਗੇ ਉਹ ਹਾਰ ਗਏ ਸੀਗੇ, ਤੇ ਉਹਨਾਂ ਦੇ ਹਾਰਨ ਦਾ ਕਾਰਨ ਕੀ ਬਣਿਆ, ਆਰਜੀ ਫੌਜੀ ਬਣੇ ਸੀਗੇ। ਤੇ ਇਹਨੂੰ ਤੁਸੀਂ ਦੂਸਰੇ ਪਾਸੇ ਵੀ ਦੇਖ ਲਓ, ਜਿਹੜਾ ਮੋਦੀ ਰਾਸ਼ਟਰਵਾਦ ਦਾ ਰੌਲਾ ਪਾਉਂਦਾ, ਸਾਰੀ ਰਾਤ ਸਾਰਾ ਦਿਨ ਮਤਲਬ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਬਟੋਰਦਾ ਹੈਗਾ ਕਿ ਸਾਨੂੰ ਫੌਜੀ ਬਹੁਤ ਪਿਆਰੇ ਆ, ਤਾਂ ਇਹਦਾ ਮਤਲਬ ਫਿਰ ਸਿਰਫ ਕਹਿਣ ਦੀਆਂ ਗੱਲਾਂ ਕਿ ਦੇਸ਼ ਦੀ ਸੁਰੱਖਿਆ ਉਹ ਕਰਨਾ ਚਾਹੁੰਦੇ ਆ। ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਸਭ ਤੋਂ ਵੱਡਾ ਖਿਲਵਾੜ ਜਿਹੜਾ ਉਹ ਮੋਦੀ ਕਰਨ ਜਾ ਰਿਹਾ। ਡਿਸਪਲਿਨ ਫੋਰ ਕਿਸ ਤਰ੍ਹਾਂ ਦੀ ਚਾਹੀਦੀ ਹੈ ਉਹਨਾਂ ਨੂੰ, ਜਿਵੇਂ ਆਪਾਂ ਪੰਜਾਬੀ 'ਚ ਆਮ ਕਹਿ ਦਿੰਦੇ ਆ, ਮੈਂ ਗੱਲ ਬੋਲੂੰਗਾ ਹੋ ਸਕਦਾ ਕਿਸੇ ਨੂੰ ਇਹ ਬੁਰੀ ਵੀ ਲੱਗ ਸਕੇ, ਜਿਵੇਂ ਆਪਾਂ ਆਮ ਪੰਜਾਬੀ 'ਚ ਕਹਿ ਦਿੰਦੇ ਆ ਕਿ ਜਿਹੜਾ ਫੌਜੀ ਆ ਉਹਦੀ ਜਾਂਦੇ ਦੀ ਮਤਲਬ ਵੀ ਅਕਲ ਖੋਹ ਲੈਂਦੇ ਆ, ਜਾਂਦੇ ਦੀ ਅਕਲ ਖੋਹ ਲੈਂਦੇ ਤੇ ਆਉਂਦੇ ਦੀ ਰਫਲ ਖੋਹ ਲੈਂਦੇ ਆ। ਇਹਦਾ ਕੀ ਮਤਲਬ ਹੈਗਾ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਭੋਪੂ ਤਿਆਰ ਕਰਨੇ ਆ, ਤੁਹਾਡੀਆਂ ਅੱਖਾਂ ਕੰਨ ਬੰਦ ਕਰਨਾ ਚਾਹੁੰਦੇ ਆ ਉਹ, ਤੁਹਾਡੇ ਦਿਮਾਗ ਬੰਦ ਕਰਨਾ ਚਾਹੁੰਦੇ ਆ ਉਹ, ਤੇ ਜੋ ਤੁਹਾਨੂੰ ਕਿਹਾ ਜਾਊਗਾ, ਜੀ ਤੇ ਗੋਲੀ ਵਰਾਉਣ ਨੂੰ ਕਿਹਾ ਜਾਊਗਾ, ਤੁਹਾਨੂੰ ਉੱਤੇ ਗੋਲੀ ਚਲਾਉਣੀ ਪਊਗੀ। ਇਸ ਕਰਕੇ ਲੈਫਟੀਨੈਂਟ ਕਰਨਲ ਵਾਲੇ ਇਹ ਬੁੜਕ ਕੇ ਵੱਜਿਆ ਕਿ ਜਿਹੜੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਨੌਜਵਾਨ ਸ਼ਾਮਲ ਹੋ ਰਹੇ ਆ, ਅਸੀਂ ਉਹਨਾਂ ਨੂੰ ਫੌਜ ਦੇ ਵਿੱਚ ਕੋਈ ਸਪੇਸ ਨਹੀਂ ਦੇਵਾਂਗੇ। ਮਤਲਬ ਫੌਜ 'ਚ ਸਪੇਸ ਇਸ ਕਰਕੇ ਨਹੀਂ ਦੇਣਗੇ ਕਿਉਂਕਿ ਉਹ ਵਿਰੋਧ ਪ੍ਰਦਰਸ਼ਨਾਂ ਦੇ ਵਿੱਚੋਂ ਜਿਹੜੀ ਸੋਸ਼ਲ ਸਾਇੰਸ ਆ, ਸਮਾਜਿਕ ਕੰਸਰਨ ਹੈਗੇ ਆ ਜਿਹੜੇ, ਉਹ ਸਿੱਖਦੇ ਆ ਧਰਨੇ ਮੁਜ਼ਾਹਰਿਆਂ ਦੇ ਵਿੱਚ। ਜੋ ਸਿੱਖ ਕੇ ਫੌਜ 'ਚ ਆ ਜਾਣਗੇ ਤਾਂ ਫੌਜ ਜਿਹੜਾ ਧੱਕਾ ਜ਼ਬਰ ਹੁੰਦਾ ਵੱਡੇ ਅਫਸਰ ਛੋਟੇ ਸਿਪਾਹੀਆਂ ਨਾਲ ਕਰਦੇ ਆ, ਫਿਰ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨਗੇ। ਇਸ ਕਰਕੇ ਡਿਸਪਲਿਨ ਕੱਲਾ ਨਾਮ ਦਾ ਡਿਸਪਲਿਨ ਦੀ ਗੱਲ ਕੀਤੀ ਜਾ ਰਹੀ ਆ। ਉਹਨਾਂ ਨੂੰ ਇੱਕ ਤਰ੍ਹਾਂ ਦੇ ਗੁਲਾਮ ਚਾਹੀਦੇ ਜਿਹੜਾ ਉਹ ਭਰਤੀ ਕਰਨਾ ਚਾਹੁੰਦੇ ਆ, ਤੇ ਇਹ ਪ੍ਰੈਸ ਕਾਨਫਰੰਸ ਫੌਜ ਦੇ ਰਾਹੀਂ ਕਰਵਾ ਕੇ ਇਸ ਗੱਲ ਤੇ ਪੱਕੀ ਮੋਹਰ ਲਵਾਤੀ ਆ ਕਿ ਇਹ ਕੇਵਲ ਤੇ ਕੇਵਲ ਜਿਹੜਾ ਕਿਹਾ ਜਾ ਰਿਹਾ ਕਿ ਅਗਨੀਪਥ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਆ, ਇਹ ਕੋਈ ਰੁਜ਼ਗਾਰ ਦੇਣ ਵਾਸਤੇ ਨਹੀਂ। ਇਹਦੇ ਪਿੱਛੇ ਸਰਕਾਰ ਦੇ ਮਨਸੂਬੇ ਬਹੁਤ ਵੱਡੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਹੋਰ ਸਾਹਮਣੇ ਆਉਣਗੇ। ਸਰਕਾਰ ਇਹ ਦੋਸ਼ ਲਾ ਰਹੀ ਹੈ ਕਿ ਨੌਜਵਾਨ ਅੱਗ 'ਚ ਨਹੀਂ ਕਰ ਰਹੇ, ਨੌਜਵਾਨ ਪਬਲਿਕ ਪ੍ਰਾਪਰਟੀ ਨੂੰ ਅੱਗ ਮਤਲਬ ਅੱਗ ਦੇ ਵਿੱਚ ਧੱਕ ਰਹੇ ਆ, ਸੇਕ ਪਹੁੰਚਾ ਰਹੇ ਆ, ਨੁਕਸਾਨ ਕਰ ਰਹੇ ਆ। ਇਹਦੇ ਨਾਲ ਹੀ ਉਹ ਦੂਜੇ ਪਾਸੇ ਨੌਜਵਾਨਾਂ ਦਾ ਜਾਂ ਬਹੁਤ ਸਾਰੇ ਲੋਕਾਂ ਦਾ ਇਹ ਦੋਸ਼ ਆ ਕਿ ਅਸਲ ਦੇ ਵਿੱਚ ਸਰਕਾਰ ਇਹ ਲੈ ਕੇ ਆਈ ਹੈ ਤਾਂ ਕਰਕੇ ਵਿਰੋਧ ਹੋ ਰਿਹਾ। ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜਾ ਅਸੀਂ ਇਹ ਨੀਤੀ ਲੈ ਕੇ ਆਏ ਆ, ਇਹ ਨੀਤੀ ਨੌਜਵਾਨਾਂ ਦੇ ਭਲੇ 'ਚ ਹੋਊਗੀ, ਨੌਜਵਾਨ ਸਮਝ ਨਹੀਂ ਰਹੇ, ਪਰ ਨਾਲ ਦੀ ਨਾਲ ਉਹ ਕਹਿ ਰਹੇ ਕਿ ਇਹਨਾਂ ਨੂੰ ਪੈਸੇ ਵੀ ਮਿਲਣਗੇ, 4 ਸਾਲਾਂ ਬਾਅਦ ਬਹੁਤ ਸਾਰੇ ਪੈਸੇ ਆਉਣਗੇ, ਕੁਝ ਵੀ ਕਰ ਲੈਣ। 4 ਸਾਲਾਂ ਵਾਲੀ ਗੱਲ ਦੇ ਨਾਲ ਸਰਕਾਰ ਇਹ ਕਹਿ ਰਹੀ ਆ ਕਿ 4 ਸਾਲਾਂ ਬਾਅਦ ਕੁਝ ਵੀ ਕਰ ਲੈਣ, ਕਿਉਂ ਵਿਰੋਧ ਪ੍ਰਦਰਸ਼ਨਾਂ 'ਚ ਪੈਂਦੇ ਆ? ਇਹ ਤੇ ਕੀ ਕਹਿਣਾ ਤੁਸੀਂ ਮੈਨੂੰ ਦੱਸੋ। ਸਰਕਾਰ ਨੇ ਕਿਹਾ ਕਿ 4 ਸਾਲਾਂ ਵਾਸਤੇ ਰੱਖਾਂਗੇ ਨੌਜਵਾਨਾਂ ਨੂੰ, ਠੀਕ ਆ, ਪਹਿਲਾਂ 21 ਸਾਲ ਕਿਹਾ ਸੀ, 17.5 ਤੇ 21 ਸਾਲ ਦੀ ਉਮਰ ਦੇ, ਹੁਣ ਵਿਰੋਧ ਪ੍ਰਦਰਸ਼ਨਾਂ ਕਰਕੇ 23 ਸਾਲ ਉਮਰ ਕਰਤੀ ਹੈ। 2 ਸਾਲ ਫੌਜ ਦੀ ਭਰਤੀ ਨਹੀਂ ਹੋਈ ਲੋਕਡਾਊਨ ਕਰਕੇ, ਕਈਆਂ ਦੀ ਉਮਰ ਲੰਘ ਗਈ ਆ, ਹੁਣ ਉਹ ਵੀ ਵਿਚਾਰੇ ਲਾਈਨ ਦੇ ਵਿੱਚ ਖੜੇ ਆ। ਕਰਨਾ ਕੀ ਆ ਸਰਕਾਰ ਨੇ, ਕਹਿੰਦੇ ਪਹਿਲੇ ਸਾਲ 30,000 ਰੁਪਈਆ ਦੇਵਾਂਗੇ, 30,000 ਚੋਂ 30% ਕੱਟ ਕੇ ਦੇਣਗੇ, 21,000 ਰੁਪਈਆ ਮਿਲਣਾ, ਤੇ 4 ਸਾਲਾਂ 'ਚ 30% ਨੌਜਵਾਨਾਂ ਦੀ ਤਨਖਾਹ ਚੋਂ ਕੱਟ ਕੇ ਜਿਹੜਾ ਕਹਿੰਦੇ 11 ਲੱਖ ਰੁਪਈਆ ਦੇਣਾ, ਉਹ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਥੋੜ੍ਹਾ ਜਿਹਾ। ਇਹ ਕੋਈ ਸਰਕਾਰ ਨੇ ਆਪਦੀ ਜੇਬ 'ਚੋਂ ਨਹੀਂ ਦੇਣਾਗਾ, 50% ਤੁਹਾਡੀ ਤਨਖਾਹ 'ਚੋਂ ਕੱਟਿਆ ਜਾਊਗਾ ਤੇ 50% 30% ਦੇ ਬਰਾਬਰ ਜਿਹੜਾ ਸਰਕਾਰ ਪਾਊਗੀ, ਜਿਹਨੂੰ ਕਹਿੰਦੇ ਆ ਅਗਨੀਵੀਰ ਫੰਡ। ਉਹ ਫੰਡ ਦਾ ਜਿਹੜਾ ਪੈਸਾ ਇਕੱਠਾ ਹੋਊਗਾ ਉਹ ਪੈਸਾ ਤੁਹਾਡੀ ਜੇਬ 'ਚ ਪਾ ਦਿੱਤਾ ਜਾਣਾ। ਮਤਲਬ 4 ਸਾਲ ਜਿਹੜਾ ਪੈਸਾ ਤੁਹਾਡੇ ਤੋਂ ਲੁੱਟਣਾ ਸਰਕਾਰ ਨੇ, 4 ਸਾਲਾਂ ਬਾਅਦ ਤੁਹਾਡੀ ਜੇਬ ਦੇ ਵਿੱਚ ਪਾ ਦੇਣਾ। ਦੂਸਰਾ, 4 ਸਾਲਾਂ ਬਾਅਦ ਅਗਨੀਵੀਰ ਵਿਚਾਰਾ ਰਿਟਾਇਰ ਹੋ ਕੇ ਘਰੇ ਆ ਜਾਊਗਾ, ਠੀਕ ਹੈ। 17 ਸਾਲ ਤੋਂ ਲੈ ਕੇ 23 ਸਾਲ ਤੱਕ ਦੇ ਭਰਤੀ ਹੋ ਸਕਦੇ ਆ। ਮੰਨ ਲਓ ਵੀ 24 ਤੋਂ 25 ਸਾਲ ਤੱਕ ਨੌਜਵਾਨ ਜਾਊ ਜਦੋਂ ਉਹਨੇ ਰਿਟਾਇਰ ਹੋ ਜਾਣਾ। ਤੇ ਗ੍ਰੈਜੂਏਸ਼ਨ ਕਰਨ ਦਾ ਸਮਾਂ ਕੀ ਹੁੰਦਾ, ਇਹ ਸਾਰੇ 10ਵੀਂ ਵਾਲੇ ਨੌਜਵਾਨ ਆ। ਜਦੋਂ ਰਿਟਾਇਰਮੈਂਟ ਕਰਕੇ ਉਹਨਾਂ ਨੂੰ ਘਰਾਂ ਨੂੰ ਤੋਰਤਾ, ਜਿਨ੍ਹਾਂ ਨੂੰ ਪੈਨਸ਼ਨ ਵੀ ਕੋਈ ਨਹੀਂ ਦੇਣੀਗੀ, ਜਿਨ੍ਹਾਂ ਨੂੰ ਰੈਂਕ ਵੀ ਕੋਈ ਨਹੀਂ ਦੇਣਾਗਾ, ਜਿਨ੍ਹਾਂ ਨੂੰ ਕੋਈ ਭੱਤਾ ਵੀ ਕੋਈ ਨਹੀਂ ਮਿਲਣਾਗਾ, ਉਹਨਾਂ ਕੋਲੇ ਕੋਈ ਭਵਿੱਖ ਨਹੀਂ ਹੋਣਾਗਾ, ਉਹਨਾਂ ਕੋਲੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੋਣਾਗਾ। ਤੇ ਰੁਜ਼ਗਾਰ ਲੈਣ ਵਾਸਤੇ ਫਿਰ ਉਹ ਪੜ੍ਹਨ ਵਾਲੇ ਪਾਸੇ ਨੂੰ ਜਾਣਗੇ। ਇੱਥੇ ਆਪਾਂ 2 ਸਾਲ ਕਾਲਜ ਦੀ ਪੜ੍ਹਾਈ ਛੱਡ ਦਈਏ ਤੇ ਤੀਜੇ ਸਾਲ ਮਤਲਬ 100 ਵਾਰੀ ਸੋਚਦੇ ਆ ਵੀ ਕਾਲਜ ਜਾਵਾਂ ਕਿ ਮੈਂ ਨਾ ਜਾਵਾਂ। ਜਿਨ੍ਹਾਂ ਦੀ 4 ਸਾਲਾਂ 'ਚ ਪੜ੍ਹਾਈ ਛਡਾ ਦੇਣੀ ਆ, ਉਹਨਾਂ ਕੋਲੇ ਦੁਬਾਰਾ ਪੜ੍ਹਨ ਦੇ ਮੌਕੇ ਵੀ ਖਤਮ ਹੋ ਜਾਣੇ ਆ। ਇਹਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਭਵਿੱਖ ਤੇ ਦਾ ਡਾਕਾ ਹੈਗਾ ਹੀ ਆ। ਸਰਕਾਰ ਦੀ ਮਨਸ਼ਾ ਹਿੰਦੁਸਤਾਨ ਦੇ ਕਰੋੜਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਤੋਂ ਦੂਰ ਰੱਖਣ ਦੀ ਵੀ ਹੈਗੀ ਆ। ਇਸ ਕਰਕੇ ਸਿਰਫ ਇਹ ਨਾਮ ਦੀਆਂ ਗੱਲਾਂ ਕਿ ਨੌਜਵਾਨਾਂ ਨੂੰ ਪੈਸੇ ਦੇ ਦਿੰਦੇ ਆ, ਨੌਜਵਾਨਾਂ ਦਾ ਇਹਦੇ ਨਾਲ ਬਹੁਤ ਵੱਡਾ ਜਿਹੜਾ ਉਹ ਭਲਾ ਹੋ ਜਾਣਾ, ਜਿਹਦੇ ਕੋਲੇ ਕੋਈ ਰੁਜ਼ਗਾਰ ਹੀ ਨਹੀਂ ਬਚਣਾਗਾ। 4 ਸਾਲ ਉਹਨੇ ਅਗਨੀਵੀਰ ਬਣ ਕੇ ਲੰਘਾ ਦਿੰਦੇ ਆ, ਜਿਹੜੇ 4 ਸਾਲਾਂ 'ਚ ਉਹਨੇ ਕੋਈ ਪੱਕਾ ਰੁਜ਼ਗਾਰ ਲੱਭਣਾ ਸੀਗਾ। ਤੇ 4 ਸਾਲਾਂ ਬਾਅਦ ਆਪਾਂ ਇਹ ਕਹਿ ਸਕਦੇ ਆ ਕਿ ਨੌਜਵਾਨਾਂ ਨੂੰ ਫਰੇਬ ਦੇ ਵਿੱਚ ਰੱਖਦੇ ਸਰਕਾਰ ਨੇ ਉਹਨੂੰ ਖੂਹ ਦੇ ਵਿੱਚ ਧੱਕਾ ਦੇ ਦੇਣਾ। ਨਾ ਇੱਧਰ ਦੇ ਰਹਿਣੇ ਆ ਨਾ ਉੱਧਰ ਦੇ ਰਹਿਣੇ ਆ, ਨੌਜਵਾਨਾਂ ਕੋਲੇ ਕੋਈ ਰਾਹ ਨਹੀਂ ਬਚਣਾਗਾ। ਨੌਜਵਾਨਾਂ ਦਾ ਜਿਹੜਾ ਭਵਿੱਖ ਹੈਗਾ ਉਹ ਧੁੰਦਲਾ ਹੋ ਜਾਣਾ, ਨੌਜਵਾਨਾਂ ਦਾ ਭਵਿੱਖ ਹਨੇਰੇ ਦੇ ਵਿੱਚ ਚਲਾ ਜਾਣਾ ਹੈਗਾ। ਸਰਕਾਰ ਬਿਲਕੁਲ ਬਕਵਾਸ ਮਾਰ ਰਹੀ ਆ, ਸਰਕਾਰ ਅਗਨੀਪਥ ਦੇ ਨਾਂ ਤੇ ਝੂਠ ਫਰੇਬ ਫੈਲਾ ਰਹੀ ਆ, ਹੋਰ ਕੁਝ ਨਹੀਂ ਹੈਗਾ।
ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਇਦਾਂ ਦੀਆਂ ਨੀਤੀਆਂ ਨੇ, ਫੌਜੀ ਇਦਾਂ ਦੇ ਭਰਤੀ ਕੀਤੇ ਜਾਂਦੇ, ਕਈ ਤਰ੍ਹਾਂ ਦੀਆਂ ਮਤਲਬ ਇਦਾਂ ਦੀਆਂ ਨੀਤੀਆਂ ਨੇ ਜਿਹੜਾ ਫੌਜ ਆਰਜੀ ਭਰਤੀ ਕਰਨੀ ਹੈ। ਵਿਕਸਿਤ ਮੁਲਕਾਂ ਵਾਂਗੂ ਅਸੀਂ ਵੀ ਵਿਕਾਸਸ਼ੀਲ ਮੁਲਕ ਨੂੰ, ਭਾਰਤ ਨੂੰ ਵਿਕਸਿਤ ਮੁਲਕ ਵਾਲੇ ਪਾਸੇ ਲੈ ਜਾਣਾ ਚਾਹੁੰਦੇ ਹਾਂ। ਕਿਹੜੇ ਮੁਲਕਾਂ 'ਚ ਇਸ ਤਰ੍ਹਾਂ? ਅਮਰੀਕਾ ਵਰਗੇ ਮੁਲਕਾਂ ਦੀ ਗੱਲ ਨਾ, ਇਜ਼ਰਾਈਲ ਦੀ ਗੱਲ ਕਰਦੇ ਆ ਉਹ, ਠੀਕ ਆ। ਉਹਨਾਂ ਮੁਲਕਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਥਾਣੇਦਾਰ ਬਣਾ ਕੇ ਘੱਟ ਗਿਣਤੀ ਕੌਮੀਅਤਾਂ ਨੂੰ ਲੁੱਟਿਆ ਤੇ ਕੁੱਟਿਆ। ਅਮਰੀਕਾ ਨੇ ਜੇ ਭਰਤੀ ਕੀਤੇ, ਕੀ ਕੀਤਾ ਫਿਰ ਉਹਨੇ? ਕੀ ਇਹ ਸੰਸਾਰ ਦੇ ਲੋਕਾਂ ਦੀ ਰੱਖਿਆ ਵਾਸਤੇ ਕੋਈ ਕਦਮ ਚੁੱਕਿਆ? ਅਫਗਾਨਿਸਤਾਨ ਦੇ ਲੋਕ ਮਾਰੇ ਆ, ਲੀਬੀਆ, ਸੀਰੀਆ, ਇਰਾਕ ਦੇ ਲੋਕ ਮਾਰੇ ਆ, ਯੂਕਰੇਨ 'ਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈਗਾ। ਅਸਲ 'ਚ ਮੋਦੀ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਜ਼ਰਾਈਲ ਵਾਂਗੂ ਅਸੀਂ ਸਮੁੱਚੇ ਭਾਰਤ ਦੇ ਲੋਕਾਂ ਨੂੰ ਫੌਜੀ ਟ੍ਰੇਨਿੰਗ ਦੇਣਾ ਚਾਹੁੰਦੇ ਆ, ਠੀਕ ਹੈ। ਇੱਕ ਤਰੀਕੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਭਾਰਤੀ ਸਮਾਜ ਦਾ ਸੈਨਿਕੀਕਰਨ ਕਰਨਾ ਚਾਹੁੰਦੇ ਆ। ਮਤਲਬ ਵੀ ਸੈਨਿਕੀਕਰਨ ਕਰਕੇ ਇਹ ਸਾਰੇ ਭਾਰਤ ਨੂੰ ਫੌਜ ਬਣਾਉਣਾ ਚਾਹੁੰਦੇ ਆ। ਤੇ ਫੌਜ ਬਣਾ ਕੇ ਕੋਈ ਗਰੀਬੀ ਖਿਲਾਫ ਲੜਾਈ ਨਹੀਂ ਲੜਨੀਗੀ, ਫੌਜ ਬਣਾ ਕੇ ਮਹਿੰਗਾਈ ਖਿਲਾਫ, ਬੇਰੁਜ਼ਗਾਰੀ ਖਿਲਾਫ ਲੜਾਈ ਨਹੀਂ ਲੜਨੀ। ਲੜਾਈ ਕਿਹਦੇ ਖਿਲਾਫ ਲੜਨੀ ਆ? ਇਸ ਮੁਲਕ ਦੇ ਵਿੱਚ ਅੱਜ ਵੀ ਅੰਦੋਲਨ ਹੋ ਰਹੇ ਆ, ਆਉਣ ਵਾਲੇ ਦਿਨਾਂ 'ਚ ਵੀ ਅੰਦੋਲਨ ਉੱਠਣੇ ਆ। ਉਹਨਾਂ ਅੰਦੋਲਨਾਂ ਨੂੰ ਨੱਪਣ ਵਾਸਤੇ, ਕੁੱਟਣ ਵਾਸਤੇ ਲੋਕਾਂ ਨੂੰ ਸਮਾਜ ਦਾ ਸੈਨਿਕੀਕਰਨ ਮੋਦੀ ਜਿਹੜਾ ਉਹ ਕਰਨਾ ਚਾਹੁੰਦਾ। ਨਾਲ ਹੀ ਇਹ ਆ ਕਿ ਇੱਕ ਤਾਂ ਹੈਗੀ ਹੈ ਸਰਕਾਰੀ ਫੌਜ, ਠੀਕ ਹੈ। ਦੇਖੋ ਤੁਸੀਂ, ਮੋਦੀ ਬੜਾ ਮਤਲਬ ਕਾਬਲ ਤਰੀਕੇ ਨਾਲ ਤਾਂ ਆਪਦੇ ਆਪ ਨੂੰ ਜਾਣ ਕੇ ਕੋਈ ਨਾ ਕੋਈ ਸਕੀਮ ਲਿਆਉਂਦਾ ਤੇ ਭਾਂਡਾ ਛੇਤੀ ਫੁੱਟ ਜਾਂਦਾ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਦਾ। ਹੁਣ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਆ। ਇੱਕ ਪਾਸੇ ਕਾਰਪੋਰੇਟ ਦਾ ਪੱਖ ਪੂਰਨਾ, ਜਿਹੜਾ ਮੈਂ ਪਹਿਲਾਂ ਹੀ ਤੁਹਾਡੇ ਸਾਹਮਣੇ ਬਿਆਨ ਕੀਤਾ। ਦੂਜੇ ਪਾਸੇ ਜਿਹੜਾ ਇਹਨਾਂ ਦੀ ਆਰਐਸਐਸ ਸੀਗੀ, ਉਹਦਾ ਵੀ ਜਿਹੜਾ ਇਹਨਾਂ ਨੇ ਪੱਖ ਪੂਰਨਾ ਹੈਗਾ। ਫੌਜ ਦੇ ਰਿਟਾਇਰ ਕਰਨਲਾਂ ਦੀ ਇਹ ਕਹਿਣ ਦੀ ਗੱਲ ਆ ਕਿ ਇਸ ਮੁਲਕ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਆਰਐਸਐਸ ਕੋਲੇ ਲਾਠੀ ਨਾਲ ਟ੍ਰੇਨਿੰਗ ਦੇਣ ਵਾਲੇ ਨੌਜਵਾਨ ਭਰਤੀ ਕੀਤੇ ਪਏ ਆ, ਠੀਕ ਆ। ਤੇ ਪੂਰਾ ਸ਼ੱਕ ਕੀਤਾ ਜਾ ਸਕਦਾ ਕਿ ਹੋ ਸਕਦਾ ਅਗਨੀਵੀਰਾਂ ਦੇ ਬਹਾਨੇ ਨਾਲ ਉਹਨਾਂ ਆਰਐਸਐਸ ਦੇ ਵਰਕਰਾਂ ਨੂੰ ਵੀ ਫੌਜ ਦੇ ਰਾਹੀਂ ਭਰਤੀ ਕਰਵਾਇਆ ਜਾਵੇ, ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਵੇ। ਜਾਂ ਜਿਹੜੇ ਅਗਨੀਵੀਰ ਹੈਗੇ ਆ, ਜਦੋਂ ਰਿਟਾਇਰ ਹੋ ਕੇ ਆਉਣਗੇ, ਇੱਕ ਬੀਜੇਪੀ ਦੇ ਲੀਡਰ ਦਾ ਆਪਦਾ ਹੀ ਬਿਆਨ ਆ ਗਿਆ ਇੱਕ, ਜਿਹਦੇ ਵਿੱਚ ਉਹ ਕਹਿ ਰਿਹਾ, ਅਗਨੀਵੀਰਾਂ ਦੀ ਡੈਫੀਨੇਸ਼ਨ ਦੇ ਰਿਹਾ ਕਿ ਅਗਨੀਵੀਰਾਂ ਦਾ ਕੰਮ ਕੀ ਹੋਊਗਾ। ਉਹ ਕਹਿੰਦਾ ਮੰਨ ਲਓ ਅਸੀਂ ਬੀਜੇਪੀ ਦਾ ਸਾਡਾ ਦਫ਼ਤਰ ਆ, ਸਾਰਿਆਂ ਨੇ ਸੁਣਿਆ ਉਹ ਵੀ ਬੀਜੇਪੀ ਦੇ ਦਫ਼ਤਰ ਦਾ ਮੰਨ ਲਓ ਕਿ ਸਿਕਿਉਰਿਟੀ ਗਾਰਡ ਰੱਖਣਾ ਸੀ, ਤੇ ਅਸੀਂ ਪਹਿਲ ਕਿਹਨੂੰ ਦੇਵਾਂਗੇ? ਅਗਨੀਵੀਰ ਨੂੰ ਪਹਿਲ ਦੇਵਾਂਗੇ। ਉਹ ਅਗਨੀਵੀਰ ਜਿਨ੍ਹਾਂ ਨੂੰ ਇੱਕ ਖਾਸ ਤਰ੍ਹਾਂ ਦੀ ਆਈਡੀਓਲੋਜੀ ਸਿਖਾਈ ਜਾਊਗੀ, ਖਾਸ ਤਰ੍ਹਾਂ ਦੀ ਸਿਆਸਤ ਨਾਲ ਜੋੜਿਆ ਜਾਊਗਾ, ਜਿਹੜੇ ਇਹਨਾਂ ਦੇ ਇੱਕ ਕਹਿਣ ਤੇ ਕਿਸੇ ਦਾ ਵੀ ਕਤਲੇਆਮ ਕਰ ਦੇਣਗੇ। ਉਹਨਾਂ ਅਗਨੀਵੀਰਾਂ ਦੀ ਇੱਕ ਵੱਡੀ ਫੌਜ ਤਿਆਰ ਕਰਕੇ ਆਰਐਸਐਸ ਦੀ ਨਫਰੀ ਵੀ ਜਿਹੜੀ ਸਰਕਾਰ ਆ ਉਹ ਵਧਾਉਣਾ ਚਾਹੁੰਦੀ ਆ। ਇਸ ਕਰਕੇ ਇਜ਼ਰਾਈਲ ਵਰਗੇ ਮੁਲਕਾਂ ਦੇ ਪੈਟਰਨ ਤੇ ਜੇ ਮੋਦੀ ਕਹਿੰਦਾ ਕਿ ਅਸੀਂ ਵੀ ਉਹਨਾਂ ਮੁਲਕਾਂ ਦੇ ਵਾਂਗੂ ਕਰਨਾ ਚਾਹੁੰਦੇ ਆ, ਤਾਂ ਫਿਰ ਇਹ ਗੱਲ ਭਾਰਤ ਦੇ ਲੋਕਾਂ ਨੂੰ ਸਮਝ ਜਾਣੀ ਚਾਹੀਦੀ ਆ ਕਿ ਮੋਦੀ ਜਿਹੜਾ ਦਿਨ ਰਾਤ ਪਾਕਿਸਤਾਨ ਨੂੰ ਪਾਣੀ ਪੀ ਪੀ ਕੇ ਕੋਸਦਾ ਹੈਗਾ ਕਿ ਉੱਥੇ ਫੌਜ ਦਾ ਰਾਜ ਰਹਿੰਦਾ, ਉੱਥੇ ਦਾ ਫੌਜ ਹੀ ਸਾਰਾ ਕੁਝ ਕਰਦੀ ਆ, ਤਾਂ ਤੁਹਾਡੇ ਭਾਰਤ ਦਾ ਤੁਸੀਂ ਆਪ ਦਵਾਲਾ ਕੱਢਤਾ। ਪਹਿਲੀ ਵਾਰੀ ਭਾਰਤੀ ਇਤਿਹਾਸ ਦੇ ਵਿੱਚ ਹੋਇਆ ਕਿ ਕਿਸੇ ਯੋਜਨਾ ਦੇ ਫਾਇਦੇ ਗਿਣਾਉਣ ਵਾਸਤੇ, ਕਿਸੇ ਕਾਨੂੰਨ ਨੂੰ ਚੰਗਾ ਕਹਿਣ ਵਾਸਤੇ, ਜਿਵੇਂ ਕਹੀ ਨਾ ਕਿ ਆਪਾਂ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹ ਕੇ ਕੋਈ ਬੰਦਾ ਚੂਹੇ ਮਾਰਨ ਵਾਲੀ ਦਵਾਈ ਵੇਚ ਰਿਹਾ ਹੋਵੇ, ਲੈ ਲਓ ਜੀ ਇਹਦੇ ਆਹ ਫਾਇਦੇ ਹੈਗੇ ਆ, ਜਿਹੜੇ ਤਿੰਨੇ ਸੈਨਾਵਾਂ ਦੇ ਫੌਜੀ ਦੇ ਮੁਖੀ ਹੈਗੇ ਆ, ਉਹਨਾਂ ਨੂੰ ਤੁਸੀਂ ਇਸ ਕੰਮ ਵਾਸਤੇ ਪ੍ਰੈਸ ਕਾਨਫਰੰਸ 'ਚ ਬਿਠਾਇਆ ਕਿ ਤੁਸੀਂ ਅਗਨੀਪਥ ਦੇ ਫਾਇਦੇ ਗਿਣਾਓ ਲੋਕਾਂ ਨੂੰ। ਮਤਲਬ ਵੀ ਸਿਖਰ ਤੇ ਪਹੁੰਚ ਚੁੱਕੀ ਆ ਗੱਲ। ਇਸ ਮੁਲਕ ਦਾ ਸੈਨਿਕੀਕਰਨ ਕਰਨ ਵਾਸਤੇ ਵੀ ਜਿਹੜੀ ਅਗਨੀਪਥ ਦੀ ਸਕੀਮ ਆ ਉਹ ਲਿਆਂਦੀ ਗਈ ਆ। ਨਾਲ ਹੀ ਜਿਸ ਤਰ੍ਹਾਂ ਕਾਂਗਰਸ ਟਾਈਮ ਤੇ ਪਹਿਲਾਂ ਹੋਇਆ, ਇਹਨਾਂ ਨੇ ਭਾਰਤੀ ਫੌਜ ਦੇ ਨਾਲ ਨਾਲ ਜਿਹੜਾ ਜੰਗਲੀ ਇਲਾਕਾ ਹੈਗਾ ਉੱਥੋਂ ਦੇ ਲੋਕਾਂ ਦੀ ਮੂਵਮੈਂਟ ਨੂੰ ਕੁਚਲਣ ਵਾਸਤੇ ਸਲਵਾ ਜੁੜੋਂ ਵਰਗੇ ਜਾਂ ਜਿਹੜਾ ਹੈਗਾ ਰਣਵੀਰ ਸੈਨਾ ਵਰਗੀਆਂ ਕੁਝ ਕੁ ਸੈਨਾਵਾਂ ਬਣਾਈਆਂ। ਉਹ ਕੀ ਸੀ? ਪ੍ਰਾਈਵੇਟ ਗੁੰਡੇ ਰੱਖ ਕੇ ਲਾਠੀ ਗੋਲੀ ਦੀ ਟ੍ਰੇਨਿੰਗ ਦੇ ਕੇ ਉਹਨਾਂ ਤੋਂ ਕੰਮ ਕੀ ਲਿਆ ਗਿਆ ਹੈਗਾ? ਉੱਥੇ ਜਿਹੜੇ ਲੋਕ ਜਾਲ ਜੰਗਲ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੇ ਆ, ਉਹਨਾਂ ਨੂੰ ਮਾਰਨ ਵਾਸਤੇ ਕੰਮ ਲਿਆ। ਤੇ ਇਹਨਾਂ ਅਗਨੀਵੀਰਾਂ ਨੂੰ ਭਰਤੀ ਕਰਕੇ ਵੀ ਉਹੀ ਕੰਮ ਇਹਨਾਂ ਤੋਂ ਜਿਹੜਾ ਉਹ ਲਿਆ ਜਾਊਗਾ। ਮਤਲਬ ਇੱਕ ਤਰੀਕੇ ਨਾਲ ਨੌਜਵਾਨ ਦਾ ਭਵਿੱਖ ਵੀ ਤਬਾਹ ਕਰਨਾ ਤੇ ਦੂਜਾ ਇਹਨਾਂ ਨੂੰ ਮਤਲਬ ਵੀ ਅੱਗ ਦੇ ਵਿੱਚ ਝੋਕਣਾ, ਮੌਤ ਦੇ ਮੂੰਹ ਦੇ ਵਿੱਚ ਭੇਜਣਾ ਹੈਗਾ। ਲੈਫਟੀਨੈਂਟ ਕਰਨਲ ਵਾਲੇ ਗੱਲ ਕਹਿ ਰਹੇ ਸੀਗੇ ਕੱਲ, ਕਹਿੰਦੇ ਅਸੀਂ ਇਸ ਕਰਕੇ ਅਗਨੀਪਥ ਜਿਹੜੀ ਸਕੀਮ ਲਿਆਂਦੀ ਆ, ਅਗਨੀਵੀਰ ਇਸ ਕਰਕੇ ਭਰਤੀ ਕਰ ਰਹੇ ਆ ਕਿਉਂਕਿ ਅਸੀਂ ਪੂਰੇ ਨੌਜਵਾਨ ਭਰਤੀ ਕਰਨਾ ਚਾਹੁੰਦੇ ਆ ਫੌਜ 'ਚ, ਪੂਰੀ ਫੌਜ ਨੂੰ ਇੱਕ ਨੌਜਵਾਨਾਂ ਦੀ ਫੌਜ ਬਣਾਉਣਾ ਚਾਹੁੰਦੇ ਆ। ਤਾਂ ਫਿਰ ਲੈਫਟੀਨੈਂਟ ਕਰਨਲ ਜਿਹੜਾ ਬੈਠਾ ਇਹ ਗੱਲ ਕਹਿ ਰਿਹਾ ਸੀ, ਉਹਦੀ ਉਮਰ ਕਿੰਨੀ ਸੀਗੀ? ਮੈਨੂੰ ਲੱਗਦਾ ਉਹਦੀ 60-65 ਸਾਲ ਦੇ ਕਰੀਬ ਹੋਊਗੀ। ਕਹਿੰਦਾ ਸਿਆਚਿਨ ਵਰਗੇ ਪਹਾੜਾਂ ਦੇ ਵਿੱਚ ਜਿਹੜੇ ਵੱਧ ਉਮਰ ਦੇ ਨੌਜਵਾਨ ਉਹ ਕੰਮ ਨਹੀਂ ਕਰ ਸਕਦੇਗੇ। ਤਾਂ ਫਿਰ ਉਹ ਦੱਸੇ ਨਾ, ਤਿੰਨੇ ਸੈਨਾਵਾਂ ਦੇ ਜਿਹੜੇ ਮੁਖੀ ਬੈਠੇ ਆ ਸਾਰੇ 60 ਸਾਲ ਤੋਂ ਉੱਪਰ ਦੇ ਹੋਣਗੇ। ਕਹਿੰਦੇ ਅਸੀਂ ਅਗਨੀਵੀਰ ਦੇ ਵਿੱਚ ਲੜਕੀਆਂ ਵੀ ਭਰਤੀ ਕਰਾਂਗੇ। ਪ੍ਰੈਸ ਕਾਨਫਰੰਸ ਦੇ ਵਿੱਚ ਫੌਜ ਦੀ ਇੱਕ ਵੀ ਜਿਹੜੀ ਲੇਡੀ ਮੁਖੀ ਨਹੀਂ ਇਹਨਾਂ ਨੇ ਬਿਠਾਈ ਹੈਗੀ, ਸਿਰਫ ਗੱਪ ਮਾਰ ਰਿਹਾ ਲੋਕਾਂ ਨੂੰ, ਲੋਕਾਂ ਦੀਆਂ ਅੱਖੀਆਂ ਠੰਡੀਆਂ ਕਰਨ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਹੀ ਮੋਦੀ ਇਹ ਕਹਿ ਰਿਹਾ ਕਿ ਫਲਾਣੇ ਮੁਲਕ ਦੀ ਤਰਜ਼ ਤੇ ਫਲਾਣੇ ਮੁਲਕ ਦੀ ਤਰਜ਼ ਤੇ ਕਰ ਰਿਹਾ ਹੈਗਾ। ਇਹ ਭਾਰਤੀ
ਸਮਾਜ ਦਾ ਸੈਨਿਕੀਕਰਨ ਕਰਕੇ ਇੱਥੇ ਆਗਜਨੀ ਕਰਵਾਉਣਾ ਚਾਹੁੰਦੇ ਆ, ਇੱਥੇ ਅਫੜਾ ਤਫੜੀ ਮਚਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਤੋਂ ਲੋਕਾਂ ਦੇ ਰੋਜੀ ਰੋਟੀ ਦੇ ਜਿਹੜੇ ਮਸਲੇ ਹੈਗੇ ਆ ਹੱਲ ਨਹੀਂ ਹੋ ਰਹੇਗੇ। ਮੋਦੀ ਸਰਕਾਰ ਤੇ ਦੋਸ਼ ਆ ਕਿ ਹਮ ਦੋ ਹਮਾਰੇ ਦੋ ਵਾਲੀ ਨੀਤੀ ਤੇ ਉਹ ਚੱਲ ਰਿਹਾ, ਪਰ ਨਾਲ ਹੀ ਉਹ ਕਹਿ ਰਹੇ ਕਿ ਅਸੀਂ ਤਾਂ ਬਹੁਤ ਮਤਲਬ ਜੇ ਸਾਨੂੰ ਸਾਡੇ ਲੋਕ ਵਿਰੋਧ 'ਚ ਹੁੰਦੇ ਤਾਂ 2019 'ਚ ਹਰਾ ਦਿੰਦੇ। ਉਹ ਤਾਂ ਦਾਅਵਾ ਕਰੇ 2024 'ਚ ਇਹਨਾਂ ਨੀਤੀਆਂ ਕਰਕੇ ਹੀ ਦੇਸ਼ ਸਾਡੇ ਨਾਲ ਹੋਊਗਾ, ਅਸੀਂ ਦੇਸ਼ ਨੂੰ ਉਧਰ ਨੂੰ ਲੈ ਕੇ ਜਾਵਾਂਗੇ ਜਿਹੜੀ ਵਿਚਾਰਧਾਰਾ ਦੀ ਅਸੀਂ ਗੱਲ ਕਰਦੇ ਹਾਂ। ਲੋਕ ਸਾਡੇ ਨਾਲ ਨੇ ਔਰ ਅਸੀਂ ਅਗਨੀਪਥ ਯੋਜਨਾ ਤੇ ਖਰੇ ਉਤਰਾਂਗੇ, ਇਹਨੂੰ ਲਾਗੂ ਕਰਕੇ ਰਵਾਂਗੇ, ਪਿੱਛੇ ਨਹੀਂ ਹਟਾਂਗੇ। ਵੋਟਾਂ ਕਿਵੇਂ ਲਈਆਂ? ਰਾਮ ਮੰਦਿਰ ਦੇ ਨਾਂ ਤੇ ਵੋਟਾਂ ਲਈਆਂ। 2 ਕਰੋੜ ਨੌਕਰੀਆਂ ਦੇਣੀਆਂ ਸੀ, ਨਹੀਂ ਦਿੱਤੀਆਂ। 2023 'ਚ ਹੁਣ ਦਾਅਵਾ ਕਿ 10 ਲੱਖ ਨੌਕਰੀਆਂ ਦੇਵਾਂਗੇ ਅਸੀਂ। ਉਹ 10 ਲੱਖ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਖੇਤਰ 'ਚ ਦਈਏ, ਕਿਉਂਕਿ ਸਾਰਾ ਤਾਂ ਨਿੱਜੀਕਰਨ ਹੋ ਗਿਆ ਖੇਤਰਾਂ ਦਾ। ਹਵਾਈ ਅੱਡੇ, ਰੇਲਵੇ ਸਟੇਸ਼ਨ ਸਾਰਾ ਕੁਝ ਹੀ ਵੇਚਤਾ। ਹੁਣ ਇਹ ਕੀ ਕਰਨਗੇ? ਅਗਨੀਪਥ ਤੇ ਜਿਹੜੇ ਨੌਜਵਾਨ ਭਰਤੀ ਕਰਨੇ ਆ ਉਹਨਾਂ ਨੂੰ ਭਰਤੀ ਕਰਕੇ 10 ਲੱਖ ਦੇ ਅੰਕੜੇ ਦੇ ਵਿੱਚ ਵਾੜ ਦੇਣਾ। ਅਗਨੀਪਥ ਦਾ ਫਰਜ਼ੀ ਅੰਕੜਾ ਦਿਖਾ ਕੇ ਕਹਿ ਦੇਣਾ ਦੇਖੋ ਜੀ ਅਸੀਂ 10 ਲੱਖ ਦੀਆਂ ਨੌਕਰੀਆਂ ਦਿੱਤੀਆਂ, ਪਰ ਅਸਲ 'ਚ ਦਿੱਤੀਆਂ ਨਹੀਂ ਗਈਆਂ। ਅਸਲ 'ਚ ਰੁਜ਼ਗਾਰ ਦਿੱਤਾ ਨਹੀਂ, ਲੋਕਾਂ ਤੋਂ ਖੋਇਆ। ਬਣੇ ਕਿਵੇਂ? ਰਾਮ ਮੰਦਿਰ ਦੇ ਨਾਂ 'ਤੇ, ਟ੍ਰਿਪਲ ਤਲਾਕ ਦੇ ਨਾਂ 'ਤੇ। ਅਸੀਂ ਮੁਸਲਮਾਨਾਂ ਨੂੰ ਮਾਰਾਂਗੇ, ਅਸੀਂ ਦਲਿਤਾਂ ਨੂੰ ਮਾਰਾਂਗੇ। ਇਸ ਮੁਲਕ ਦੀ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਇਸ ਤਰੀਕੇ ਨਾਲ ਇਹਨਾਂ ਨੇ ਉਹ ਕੈਸ਼ ਕੀਤੀਆਂ ਹੈਗੀਆਂ। ਹੁਣ ਵੀ ਤੁਸੀਂ ਦੇਖ ਲਓ ਕਿ ਪਹਿਲਾਂ ਵੀ ਭਾਰਤੀ ਫੌਜ ਦੇ ਵਿੱਚ ਇਹਨਾਂ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਮੈਂ ਤੁਹਾਡੇ ਸਾਹਮਣੇ ਸਾਰਾ ਬਿਆਨ ਕੀਤਾ, ਇਹਨਾਂ ਸਾਰੀਆਂ ਗੱਲਾਂ ਤੋਂ ਸਭ ਤੋਂ ਅਹਿਮ ਗੱਲ ਇਹ ਆ ਕਿ ਭਾਰਤੀ ਫੌਜ ਦੀ ਜਿਹੜੀ ਇੱਕ ਰੈਜੀਮੈਂਟਲ ਫਾਰਮੇਸ਼ਨ ਹੈਗੀ ਆ, ਉਹ 'ਤੇ ਵੀ ਹੋ ਸਕਦਾ ਇਹ ਅਟੈਕ ਕਰਨ। ਦੇਸ਼ ਦੇ ਵਿੱਚ ਜਿਹਦੀ ਵਿਭਿੰਨਤਾ, ਵੱਖ-ਵੱਖ ਤਰ੍ਹਾਂ ਦੇ ਲੋਕ, ਬੋਲੀਆਂ, ਭਾਸ਼ਾਵਾਂ ਬੋਲਣ ਵਾਲੇ ਰਹਿੰਦੇ ਆ, ਸੱਭਿਅਤਾ ਸਾਰਿਆਂ ਦੀ ਅਲੱਗ-ਅਲੱਗ ਹੈਗੀ ਆ। ਜੇ ਸਾਡਾ ਸਮਾਜ ਵਿਭਿੰਨਤਾ ਵਾਲਾ ਤੇ ਇਹਦੀ ਰਿਫਲੈਕਸ਼ਨ ਹਰ ਥਾਂ ਤੇ ਮਿਲਦੀ ਆ, ਤੇ ਫੌਜ 'ਚ ਵੀ ਇਹਦੀ ਰਿਫਲੈਕਸ਼ਨ ਮਿਲਦੀ ਸੀਗੀ। ਭਾਰਤੀ ਫੌਜ ਦੇ ਵਿੱਚ ਮੇਰਾ ਖਿਆਲ ਆ 10 ਦੇ ਕਰੀਬ ਰੈਜੀਮੈਂਟਾਂ ਕੰਮ ਕਰਦੀਆਂ। ਸਿੱਖਾਂ ਦੀਆਂ 2 ਹੈਗੀਆਂ, ਇੱਕ ਮਜ਼੍ਹਬੀ ਸਿੱਖ, ਇੱਕ ਜੱਟ, ਇੱਕ ਪੰਜਾਬ ਆ, ਇੱਕ ਮਰਾਠਾ, ਡੋਗਰਾ, ਜੰਮੂ ਕਸ਼ਮੀਰ ਲਾ ਕੇ ਬਹੁਤ ਸਾਰੀਆਂ 30 ਦੇ ਕਰੀਬ ਬਣਦੀਆਂ ਹੈਗੀਆਂ। ਬਹੁਤ ਸਾਰੀਆਂ ਰੈਜੀਮੈਂਟਾਂ ਨੂੰ ਇਹ ਖਤਮ ਕਰ ਚੁੱਕੇ ਆ। ਹੁਣ ਜਿਹੜੀ ਅਗਨੀਪਥ ਦੇ ਨੌਜਵਾਨਾਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਇਹਨਾਂ ਨੇ ਭਰਤੀ ਕਰਨਾ, ਇਹ ਵੀ ਪੂਰਾ ਸ਼ੱਕ ਕੀਤਾ ਜਾਣਾ ਚਾਹੀਦਾ ਕਿ ਇਹਨਾਂ ਨੇ ਰੈਜੀਮੈਂਟਲ ਫਾਰਮੇਸ਼ਨ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਨੀ ਆ। ਤੇ ਉਹਦੇ ਨਾਲ ਹੋਣਾ ਕੀ ਆ? ਰੈਜੀਮੈਂਟਲ ਫਾਰਮੇਸ਼ਨ ਨੂੰ ਖਤਮ ਕਰਕੇ ਉਹਨਾਂ ਨੂੰ ਇੱਕੇ ਰੱਸੇ ਨਾਲ ਬੰਨਣ ਦੀ ਕੋਸ਼ਿਸ਼ ਕਰਨਗੇ। ਕਹਿਣ ਦਾ ਭਾਵ ਕਿ ਅੱਜ ਅਲੱਗ-ਅਲੱਗ ਰੈਜੀਮੈਂਟਾਂ ਜਿਹੜੀਆਂ ਅਲੱਗ-ਅਲੱਗ ਖਿੱਤਿਆਂ 'ਚੋਂ ਚੱਲ ਕੇ ਆਉਂਦੀਆਂ, ਹਰ ਇੱਕ ਰੈਜੀਮੈਂਟ ਦਾ ਨਾ ਇੱਕ ਵਾਰ ਕਰਾਈ ਹੁੰਦਾ। ਵਾਰ ਕਰਾਈ ਮਤਲਬ ਯੁੱਧ ਦਾ ਨਾਰਾ। ਜਦੋਂ ਮਤਲਬ ਫੌਜ ਤੇ ਦੁਸ਼ਮਣ ਤੇ ਅਟੈਕ ਕਰਨਾ ਤਾਂ ਉਹ ਵਾਰ ਕਰਾਈ ਬੋਲਦੇ ਆ। ਜਿਵੇਂ ਸਿੱਖਾਂ ਦਾ ਹੈਗਾ ਜੋ ਬੋਲੇ ਸੋਹਣੇ ਸਤਿ ਸ੍ਰੀ ਅਕਾਲ, ਮਦਰਾਸੀਆਂ ਦਾ ਹੈਗਾ ਵੀਰਾ ਮਦਰਾਸੀ ਆਦੀ ਕੁੱਲੂ ਆਦੀ ਕੁੱਲੂ। ਅੰਗਰੇਜ਼ੀ 'ਚ ਉਹਦਾ ਮਤਲਬ ਆ ਬਰੇਵ ਮਦਰਾਸੀ, ਸਟ੍ਰਾਈਕ ਐਂਡ ਕਿਲ, ਸਟ੍ਰਾਈਕ ਐਂਡ ਕਿਲ। ਇਸੇ ਤਰ੍ਹਾਂ ਕਿਸ ਦਾ ਹੈਗਾ ਬੋਲ ਰਾਮਾ ਚੰਦਰਾ ਕੀ ਜੈ, ਜੋ ਬੋਲ ਬਜਰੰਗ ਬਲੀ ਕੀ ਜੈ। 30 ਰੈਜੀਮੈਂਟਾਂ ਦੇ ਵਿੱਚੋਂ ਕੇਵਲ 3 ਰੈਜੀਮੈਂਟਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਵਾਰ ਕਰਾਈ ਭਾਰਤ ਮਾਤਾ ਕੀ ਜੈ ਆ। ਤੇ ਇਹਨਾਂ ਨੇ ਉਹ ਰੈਜੀਮੈਂਟਾਂ ਖਤਮ ਕਰਕੇ ਸਾਰੇ ਫੌਜ ਦੇ ਮੂੰਹੋਂ ਭਾਰਤ ਮਾਤਾ ਕੀ ਜੈ ਘਮਾਉਣ ਦੀ ਕੋਸ਼ਿਸ਼ ਕਰਨੀ ਆ। ਤੇ ਇਹ ਵੀ ਇੱਕ ਤਰੀਕਾ ਹੋਊਗਾ ਲੋਕਾਂ ਤੋਂ ਵੋਟਾਂ ਬਟੋਰਨ ਦਾ। ਬਹੁਤ ਗਿਣਤੀ ਜਿਹੜੀ ਭਾਰਤ ਦੀ ਹਿੰਦੂ ਵਸੋਂ ਆ ਉਹਨਾਂ ਤੋਂ ਵੋਟਾਂ ਬਟੋਰ ਕੇ ਦੁਬਾਰਾ ਗੱਦੀ ਤੇ ਬੈਠਣ ਦਾ ਜਿਹੜਾ ਇੱਕ ਤਰੀਕਾ ਹੋਊਗਾ। ਇਸੇ ਤਰ੍ਹਾਂ ਪਹਿਲਾਂ ਤਰੀਕੇ ਅਪਣਾ ਕੇ ਹੀ ਉਹ ਜਿਹੜਾ ਗੱਦੀ ਤੇ ਬਰਾਜਮਾਨ ਹੁੰਦੇ ਰਹੇ ਆ। ਲੋਕਾਂ ਨੂੰ ਕੋਈ ਸਕੀਮ ਇਹਨਾਂ ਦੀ ਪਸੰਦ ਨਹੀਂ ਆਈ, ਨਾ ਖੇਤੀ ਕਾਨੂੰਨ, ਨਾ ਨੋਟਬੰਦੀ, ਨਾ GST ਪਸੰਦ ਆਇਆ। ਇਸੇ ਕਰਕੇ ਲੋਕ ਸੱਚੇ ਅਗਨੀਪਥ ਦਾ ਵਿਰੋਧ ਕਰ ਰਹੇ ਆ। ਇਹ ਬਿਲਕੁਲ ਬਕਵਾਸ ਆ ਜਿਹੜਾ ਮੋਦੀ ਕਹਿੰਦਾ ਬਈ ਲੋਕਾਂ ਨੂੰ ਸਮਝ ਨਹੀਂ ਆਇਆ, ਲੋਕਾਂ ਨੇ ਮੈਨੂੰ ਵੋਟਾਂ ਕਿਉਂ ਪਾਤੀਆਂ ਹੈਗੀਆਂ। ਸਿਰਫ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਕੇ ਹੁਣ ਤੱਕ ਵੋਟਾਂ ਲੈਂਦੇ ਰਹੇ ਆ। ਪਰ ਮੈਂ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਨੌਜਵਾਨਾਂ ਦੇ ਭੁਲੇਖ ਨਾਲ ਤਾਂ ਬਹੁਤ ਵੱਡਾ ਖਿਲਵਾੜ ਆ, ਪਰ ਸਿਆਸੀ ਤੌਰ ਤੇ ਬਹੁਤ ਵੱਡੀ ਇੱਕ ਗੱਲ ਵਾਪਰੀ ਆ ਕਿ ਜਿਹੜੇ ਬਿਹਾਰੀ ਯੂਪੀ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਭਗਵੇਂ ਝੰਡੇ ਫੜਾ ਕੇ ਮੁਸਲਮਾਨ ਦਲਿਤਾਂ ਦੇ ਗੱਲ ਪਾਉਣੇ ਸੀਗੇ, ਉਹੀ ਨੌਜਵਾਨ ਮੋਦੀ ਨੂੰ ਸਿੱਧੇ ਹੋ ਗਏ ਆ ਤੇ BJP ਦੇ ਦਫ਼ਤਰਾਂ ਦੇ ਚੜ੍ਹ ਕੇ ਕਮਲ ਦੇ ਝੰਡੇ ਜਿਹੜੇ ਲਾ ਕੇ ਥੱਲੇ ਪੈਰਾਂ ਦੇ ਵਿੱਚ ਉਹ ਰੋਲ ਰਹੇ ਆ। ਤੇ ਹੋ ਸਕਦਾ ਮੋਦੀ ਦਾ ਜਿਹੜਾ ਇਹ ਹਿੰਦੂਤਵ ਵਾਲਾ ਏਜੰਡਾ ਹੈਗਾ ਬਾਹਲੀ ਦੇਰ ਨਾ ਚੱਲੇ। ਲੋਕ ਆਪਦੀ ਪੇਟ ਦੀ ਲੜਾਈ ਨੂੰ ਸਮਝ ਕੇ ਜਿਹੜਾ ਅਸਲ ਮੁੱਦਿਆਂ ਤੇ ਮੋਦੀ ਦੇ ਖਿਲਾਫ ਸੜਕਾਂ ਤੇ ਆ ਰਹੇ ਆ। ਅਸੀਂ ਇਸ ਲੜਾਈ ਨੂੰ ਜੀ ਆਇਆਂ ਕਹਿੰਦੇ ਆ। ਤੇ ਨਾਲ ਹੀ ਇਹ ਵੀ ਗੱਲ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਨੌਜਵਾਨਾਂ ਤੇ ਕੇਸ ਬਣੇ ਆ, ਅੱਜ ਹੀ ਅਸੀਂ ਲੁਧਿਆਣੇ ਜਾ ਕੇ ਆਏ ਆ। ਲੁਧਿਆਣੇ ਬਹੁਤ ਸਾਰੇ ਨੌਜਵਾਨਾਂ ਤੇ ਜਿਨ੍ਹਾਂ ਨੇ ਲੁਧਿਆਣੇ ਰੇਲਵੇ ਸਟੇਸ਼ਨ ਪ੍ਰੋਟੈਸਟ ਕੀਤਾ, ਉਹਨਾਂ ਦੇ ਝੂਠੇ ਮੁਕੱਦਮੇ ਕਰਕੇ ਕਿਸੇ CI ਸਟਾਫ ਨੇ ਰੱਖੇ ਹੋਏ ਆ। ਕਿਤੇ ਜਿਹੜੀ ਪੁਲਿਸ ਨੇ ਅਦਾਲਤ 'ਚ ਪੇਸ਼ ਕਰਕੇ 6 ਨੌਜਵਾਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੋਇਆ। 2 ਦਿਨਾਂ ਦਾ ਪੁਲਿਸ ਰਿਮਾਂਡ ਲਿੱਤਾ 6 ਨੌਜਵਾਨਾਂ ਦਾ। ਉਹਨਾਂ ਸਾਰੇ ਨੌਜਵਾਨਾਂ ਦੇ ਪਰਚੇ ਰੱਦ ਕੀਤੇ ਜਾਣ। ਅਗਨੀਪਥ ਦੇ ਨਾਂ ਤੇ ਜਿਹੜੀ ਅੱਗ ਫੈਲੀ ਆ ਪੂਰੇ ਭਾਰਤ ਦੇ ਵਿੱਚ, ਇਹਦਾ ਦੋਸ਼ੀ ਮੋਦੀ ਆ। ਤੇ ਜਿਹੜਾ ਮਨ ਕੀ ਬਾਤ ਕਰਦਾ ਆ ਕੇ ਐਤਵਾਰ ਨੂੰ, ਅੱਜ ਕੀ ਉਹਦੇ ਮਨ ਦੇ ਵਿੱਚ ਕੀ ਭਰ ਗਿਆ, ਉਹ ਆਪਦੀ ਮਨ ਕੀ ਬਾਤ ਕਿਉਂ ਨਹੀਂ ਕਰ ਰਿਹਾ ਹੈਗਾ। ਇਹ ਉਹਨਾਂ ਦੇ ਪਰਚੇ ਰੱਦ ਹੋਣੇ ਚਾਹੀਦੇ ਆ। ਅਸੀਂ ਨੌਜਵਾਨਾਂ ਦੇ ਸੰਘਰਸ਼ ਦਾ ਪੂਰਾ ਸਮਰਥਨ ਕਰਦੇ ਆ। ਨੌਜਵਾਨ ਭਾਰਤ ਸਭਾ ਵੱਲੋਂ ਇਹਨਾਂ ਨੌਜਵਾਨਾਂ ਦੇ ਨਾਲ ਆ ਤੇ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ
ਕਿ 17.5 ਸਾਲ ਤੋਂ ਲੈ ਕੇ 21 ਸਾਲ ਦਾ ਜਿਹੜਾ ਨੌਜਵਾਨ ਹੁੰਦਾ ਉਹ ਅੱਗ ਦੀ ਨਾਲ ਹੁੰਦਾ। 18.5 ਸਾਲ ਦਾ ਸੀ ਕਰਤਾਰ ਸਿੰਘ ਸਰਾਭਾ, ਜਿਹਨੇ ਫੌਜ ਨੂੰ ਵੀ ਆਪਦੇ ਵੱਲ ਕਰ ਲਿਆ ਸੀ ਕਿਸੇ ਟਾਈਮ ਤੇ। ਇਹ ਨਾ ਹੋਵੇ ਕਿ ਤੁਹਾਡੀ ਜਿਹੜੀ ਟਾਹਣੀ ਤੇ ਬੈਠੇ ਆ ਉਸੇ ਟਾਹਣੀ ਤੁਸੀਂ ਵਾਢਾ ਪਾ ਦਿੱਤਾ ਹੋਵੇ ਤੇ ਤੁਹਾਡੇ ਵਾਸਤੇ ਫਿਰ ਔਖਾ ਹੋ ਜੇ ਇਸ ਮੁਲਕ ਦੀ ਸੱਤਾ ਤੇ ਬਿਰਾਜਮਾਨ ਰਹਿਣਾ। ਉਸ ਤੋਂ ਪਹਿਲਾਂ ਇਹਨਾਂ ਨੂੰ ਸਮਝਣਾ, ਨੌਜਵਾਨਾਂ ਦੇ ਗੁੱਸੇ ਨੂੰ। ਅਗਨੀਪਥ ਸਕੀਮ ਜਿਹੜੀ ਆ ਇਹ ਰੱਦ ਹੋਣੀ ਚਾਹੀਦੀ ਆ। ਜਿਹੜੀ ਫੌਜ ਦੇ ਮੁਖੀ ਨੇ ਕਹੀ ਆ ਕਿ ਰੋਲ ਬੈਕ ਨਹੀਂ ਹੋਊਗਾ, ਠੀਕ ਆ, ਇਹ ਉਹੀ ਭਾਸ਼ਾ ਜਿਹੜੀ ਖੇਤੀ ਕਾਨੂੰਨਾਂ ਦੇ ਟਾਈਮ ਮੁਹੰਮਦ ਸ਼ਾਹ ਕਹਿ ਰਿਹਾ ਸੀਗਾ ਕਿ ਖੇਤੀ ਕਾਨੂੰਨ ਕਿਸੇ ਵੀ ਹਾਲ ਦੇ ਵਿੱਚ ਰੱਦ ਨਹੀਂ ਹੋਣਗੇ। ਉਹਨਾਂ ਨੇ ਵੀ ਥੁੱਕ ਕੇ ਚੱਟਿਆ ਤੇ ਇਹਨਾਂ ਨੂੰ ਵੀ ਜਿਹੜਾ ਥੁੱਕ ਕੇ ਆ ਉਹ ਚੱਟਣਾ ਪਊਗਾ। ਨਾਲ ਹੀ ਮੈਂ ਇਹ ਗੱਲ ਜ਼ਰੂਰ ਐਡ ਕਰਨਾ ਚਾਹੂੰਗਾ, ਬਹੁਤ ਸਾਰਿਆਂ ਨੂੰ ਇਹ ਭੁਲੇਖੇ ਪੈ ਰਿਹਾ ਕਿ ਸਰਕਾਰ ਨੇ ਕਿਸੇ ਹੋਰ ਮਤਲਬ ਵੀ CAPF ਦੇ ਵਿੱਚ ਜਾਂ ਕੋਈ ਪੈਰਾਮਿਲਟਰੀ ਫੋਰਸ ਦੇ ਵਿੱਚ ਨੌਕਰੀ ਦੇ ਦੇਣੀ ਆ। ਅੰਕੜੇ ਇਹ ਬੋਲਦੇ ਆ ਕਿ CAPF ਦੀ ਜਿਹੜੀ ਭਰਤੀ ਆ ਉਹਦੇ ਵਿੱਚ 2020 ਦੇ ਵਿੱਚ ਹੀ 80% ਗਿਰਾਵਟ ਆਈ ਆ। 1,29,000 ਪੋਸਟਾਂ ਸੀਗੀਆਂ, ਉਹਦੇ ਵਿੱਚੋਂ ਸਿਰਫ 10,000 ਹੀ ਭਰੀਆਂ ਗਈਆਂ। ਇਸੇ ਤਰ੍ਹਾਂ 2019 ਦੇ ਵਿੱਚ ਆ ਕੇ 77,000 ਪੋਸਟਾਂ ਸੀਗੀਆਂ ਤੇ 58,000 ਹੀ ਭਰੀਆਂ, ਤੇ ਜਿਹਦੇ ਵਿੱਚ ਪਹਿਲਾਂ ਹੀ ਅਸਾਮੀਆਂ ਖਾਲੀ ਪਈਆਂ। ਤੇ ਨੌਜਵਾਨ ਇਹਨਾਂ ਦੇ ਕਿਸੇ ਗਲਤਫਹਿਮੀ ਦੇ ਸ਼ਿਕਾਰ ਨਾ ਹੋਣ, ਕਿਤੇ ਇਹਨਾਂ ਨੇ ਭਰਤੀ ਨਹੀਂ ਕਰਨੀ ਗੀ, ਤੁਹਾਨੂੰ ਨੂੰ ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਕਰਨਗੇ। ਇਸ ਕਰਕੇ ਇਹ ਜਿਹੜੀ ਸਕੀਮ ਆ ਉਹ ਰੱਦ ਹੋਣੀ ਚਾਹੀਦੀ ਆ। ਬਾਈ ਜੀ, ਜਿਹੜਾ ਇਹ ਕਿਹਾ ਜਾਂਦਾ ਸਰਕਾਰ ਵੱਲੋਂ ਵਾਰ-ਵਾਰ ਕਿ ਅਸਲ ਦੇ ਵਿੱਚ ਜਿਹੜੇ ਵਿਰੋਧ ਕਰਨ ਵਾਲੇ ਨੇ ਇਹ ਸਾਰੇ ਸ਼ਹਿਰੀ ਨਕਸਲੀ ਆ, ਹੋ ਸਕਦਾ ਇਹ ਇਹਨਾਂ ਦੀ ਏਜੰਸੀਆਂ ਦੇ ਤੱਕ ਪਹੁੰਚ ਹੋਵੇ, ਹੋ ਸਕਦਾ ਇਹ ਜਾਣਬੁੱਝ ਕੇ ਸਰਕਾਰ ਦਾ ਵਿਰੋਧ ਕਰ ਰਹੇ ਹੋਣ, ਹੋ ਸਕਦਾ ਵਿੱਚ ਉਹਨਾਂ 'ਚ ਕੁਝ ਕਾਂਗਰਸੀ ਹੋਣ। ਸਰਕਾਰ ਦਾ ਵਿਰੋਧ ਇਹਨਾਂ ਤੋਂ ਮਤਲਬ ਸਰਕਾਰ ਦੀ ਜਿਹੜੀ ਚੜ੍ਹਾਈ ਆ ਉਹ ਜਰੀ ਨਹੀਂ ਜਾਂਦੀ, ਜਿਹਦੇ ਕਰਕੇ ਵਿਰੋਧ ਕਰ ਰਹੇ। ਹੋ ਸਕਦਾ ਇਹਨਾਂ 'ਚ ਜਿਹੜੇ ਪੜ੍ਹੇ ਲਿਖੇ ਨੇ, ਪੈਸੇ ਲੈਂਦੇ ਹੋਣ, ਏਜੰਸੀਆਂ ਦੇ ਬੰਦੇ ਹੋਣ, ਮਤਲਬ ਇਸ ਕਰਕੇ ਉਹ ਇੱਧਰ ਨੂੰ ਵੀ ਲੈ ਕੇ ਜਾਂਦੇ ਗੱਲ। ਇਹਦੇ ਬਾਰੇ ਕੀ ਲੱਗਦਾ? ਜੇ ਐਡੀ ਗੱਲ ਆ ਤਾਂ ਫਿਰ BJP ਪ੍ਰੈਸ ਕਾਨਫਰੰਸ ਕਰੇ। BJP ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰੀ ਕਹਿ ਦੇ ਕਿ ਸਾਰੇ ਦੰਗਾਕਾਰੀ ਆ, ਇੱਕ ਵਾਰੀ ਕਹਿ ਦੇ ਦੰਗਾਕਾਰੀ ਆ, ਪੂਰੇ ਦੇਸ਼ ਦਾ ਨਕਸ਼ਾ ਬਦਲ ਜੂਗਾ 24 ਘੰਟਿਆਂ ਦੇ ਵਿੱਚ ਹੀ। ਕਿਉਂਕਿ ਇਹਨਾਂ ਨੂੰ ਪਤਾ ਸੜਕਾਂ ਦੇ ਕੌਣ ਆ। ਮੈਂ ਪਹਿਲਾਂ ਹੀ ਕਿਹਾ, UP ਬਿਹਾਰ ਤੇ ਹਿੰਦੀ ਬੋਲਦੇ ਉਹ ਇਲਾਕੇ ਜਿਨ੍ਹਾਂ ਨੂੰ ਭੜਕਾ ਕੇ ਘੱਟ ਗਿਣਤੀਆਂ ਦੇ ਖਿਲਾਫ ਵੋਟਾਂ ਲੈਂਦਾ ਰਿਹਾ, ਉਹ ਮੋਦੀ ਦੇ ਖਿਲਾਫ ਸੜਕਾਂ ਤੇ ਆ। ਜੇ ਵਾਕਈ ਲੱਗਦਾ ਏਜੰਸੀਆਂ ਦਾ ਕੰਮ ਆ, ਬਾਹਰਲੀਆਂ ਏਜੰਸੀਆਂ ਦਾ, ਜਾਂ ਭੜਕਾਉਣ ਵਾਲਿਆ ਜਾਂ ਦੰਗਾਕਾਰੀ ਆ, ਫਿਰ ਮੋਦੀ ਇੱਕ ਵਾਰੀ ਆ ਕੇ ਕਹਿ ਦੇ, ਠੀਕ ਹੈ, ਅਸੀਂ ਸਾਰਾ ਕੁਝ ਮਤਲਬ ਜੋ ਮੋਦੀ ਕਹੂਗਾ ਅਸੀਂ ਉਹ ਕਰ ਦਾਂਗੇ। ਅਸੀਂ ਸੰਘਰਸ਼ ਕਰਨ ਵਾਲੇ ਲੋਕ ਆ, ਜੋ ਮੋਦੀ ਕਹੂਗਾ ਉਹ ਕਰ ਦਾਂਗੇ। ਅਸੀਂ ਸੰਘਰਸ਼ ਛੱਡ ਕੇ ਘਰੇ ਬਹਿ ਜਾਾਂਗੇ। ਮੋਦੀ ਇੱਕ ਵਾਰੀ ਕਹਿ ਦੇ ਕਿ ਜਿੰਨੇ ਇਹ ਨੌਜਵਾਨ ਅਗਨੀਪਥ ਦਾ ਵਿਰੋਧ ਕਰ ਰਿਹਾ ਸਾਰੇ ਦੰਗਾਕਾਰੀ ਆ, ਕਦੇ ਨਹੀਂ ਕਹੂਗਾ ਉਹ, ਕਿਉਂਕਿ ਐਡੀ ਵੱਡੀ ਬਲਾਵ ਦੇ ਗੱਲ ਨਹੀਂ ਪਾਉਣਾ ਚਾਹਣਗੇ ਉਹ, ਜਿਨ੍ਹਾਂ ਦੇ ਨਾਂ ਤੇ ਉਹ ਵੋਟਾਂ ਲੈਂਦੇ ਰਹੇ ਆ। ਦੂਸਰਾ, ਫੌਜ ਦੇ ਲੈਫਟੀਨੈਂਟ ਕਰਨਲ ਦਾ ਵੀ ਇਹ ਕਹਿਣਾ ਕਿ ਕੋਚਿੰਗ ਸੈਂਟਰ ਵਾਲੇ ਇਹਨਾਂ ਨੂੰ ਭੜਕਾਇਆ। ਜੇ ਕੋਚਿੰਗ ਸੈਂਟਰ ਵਾਲੇ ਤੁਹਾਡੀ ਐਡੀ ਵੱਡੀ ਸਕੀਮ ਦੇ ਖਿਲਾਫ, ਜਿਹੜੀ ਸਕੀਮ ਤੇ ਕਰੋੜਾਂ ਰੁਪਈਆ ਖਰਚ ਕਰਨਾ, ਜਿਹੜੀ ਸਕੀਮ ਤੇ ਸਾਰੀ ਸਰਕਾਰ ਦਾ ਮਤਲਬ ਵੀ ਸਾਰਾ ਕੁਝ ਟਿਕਿਆ ਹੋਇਆ, ਸਾਰੀ ਫੌਜ ਤੁਸੀਂ ਮੁਖੀਆਂ ਨੂੰ ਝੋਕਤਾ ਇਹ ਠੀਕ ਸਾਬਤ ਕਰਨ ਵਾਸਤੇ, ਫਿਰ ਸਾਰਾ ਕੁਝ ਲਾਮ ਲਸ਼ਕਰ ਝੋਕਣ ਦੇ ਬਾਵਜੂਦ ਵੀ ਜੇ ਇੱਕ ਕੋਚਿੰਗ ਸੈਂਟਰ ਵਾਲਾ ਭੜਕਾ ਕੇ 1000 ਨੌਜਵਾਨ ਤੁਹਾਡੇ ਗਲ ਪਵਾ ਦਿੰਦਾ, ਫਿਰ ਤਾਂ ਤੁਹਾਨੂੰ ਆਪਦੇ ਬਾਰੇ ਸੋਚਣਾ ਚਾਹੀਦਾ ਕਿ ਤੁਸੀਂ ਕਿੰਨੇ ਕੁ ਪਾਣੀ 'ਚ ਆ, ਠੀਕ ਆ। ਫੌਜ ਦੇ ਮੁਖੀ ਦਾ ਇਹ ਕਹਿਣਾ ਕਿ ਜਿਹੜੇ ਭੜਕਾਉਣ ਵਾਲੇ ਆ, ਭਾਸ਼ਣ ਕਰਨ ਵਾਲੇ ਆ, ਉਹ ਸਾਰੇ 27-28 ਸਾਲ ਤੋਂ ਉੱਪਰ ਵਾਲੇ ਆ। ਤਾਂ ਜੇ ਸਾਰੇ 27-28 ਸਾਲ ਤੋਂ ਉੱਪਰ ਵਾਲੇ ਹੈਗੇ ਆ ਤਾਂ ਫਿਰ ਸਾਰੇ 27-28 ਸਾਲ ਵਾਲੇ ਖਤਮ ਕਰ ਦੇਣੇ ਚਾਹੀਦੇ ਆ, ਠੀਕ ਆ। ਤੁਸੀਂ ਕਹਿੰਦੇ ਆ ਕਿ ਨੌਜਵਾਨ ਨੂੰ ਅਗਨੀਵੀਰ ਭਰਤੀ ਕਰਕੇ 4 ਸਾਲਾਂ ਬਾਅਦ ਕੱਢ ਦੇਣਾ। ਮੈਂ ਪਹਿਲਾਂ ਹੀ ਕਿਹਾ, ਉਹੀ ਫੌਜ ਦਾ ਮੁਖੀ ਦੱਸਿਓ ਆਪ ਕਿੰਨੀ ਉਮਰ ਦਾ, ਕੀ ਉਹ ਆਪਦੀ ਉਮਰ ਪੂਰੀ ਨਹੀਂ ਕਰ ਚੁੱਕਿਆ? ਇਸ ਮੁਲਕ ਦੇ ਵਿੱਚ ਕਿੰਨੇ ਅਗਨੀਵੀਰ ਫਿਰਦੇ ਆ? ਇਹ ਤਾਂ ਠੇਕੇ ਤੇ ਭਰਤੀ ਤੁਸੀਂ ਅੱਜ ਫੌਜ ਦੀ ਕਰਨ ਲੱਗੇ ਆ, ਸਿੱਖਿਆ ਮਹਿਕਮਾ ਠੇਕੇ ਤੇ ਆ, ਸਿਹਤ ਸਹੂਲਤਾਂ ਸਾਰੀਆਂ ਠੇਕੇ ਤੇ ਆ। ਇਸ ਮੁਲਕ ਦੇ ਵਿੱਚ ਕਿੰਨੇ ਅਗਨੀਵੀਰ ਫਿਰਦੇ ਆ ਜਿਹੜੇ ਸਰਕਾਰਾਂ ਖਿਲਾਫ ਧਰਨੇ ਦਿੰਦੇ ਆ? ਫਿਰ ਉਹਨਾਂ ਨੂੰ ਕੌਣ ਭੜਕਾਉਂਦਾ? ਕੋਈ ਭੜਕਾਉਣ ਵਾਲਾ ਨਹੀਂ ਗਾ। ਜੇ ਭੜਕਾਇਆ ਸਰਕਾਰ ਨੇ ਆਪ ਭੜਕਾਇਆ, ਇਹ ਨੌਬਤ ਸਰਕਾਰ ਨੇ ਆਪ ਲਿਆਂਦੀ ਹੈ ਜਿਹੜਾ ਦੇਸ਼ ਦੇ ਹਾਲਾਤ ਬਣੇ ਹੋਏ ਆ। ਇਸ ਕਰਕੇ ਇਹਨਾਂ ਦਾ ਰਟਿਆ ਰਟਾਇਆ ਮੰਤਰ ਆ, ਪਰ ਕਦੇ ਵੀ ਇਹਨਾਂ ਨੂੰ ਦੰਗਾਕਾਰੀ ਨਹੀਂ ਕਹਿਣਗੇ। ਦੰਗਾਕਾਰੀ ਕਹਿ ਕੇ ਇਹਨਾਂ ਨੇ ਬਲਾਵ ਦੇ ਗੱਲ ਜਿਹੜੀ ਆ ਉਹ ਨਹੀਂ ਪਾਉਣੀ ਗੀ। ਇਹਨੂੰ ਹੁਣ ਪਾਕਿਸਤਾਨ ਦੇ ਸਿਰ ਵੀ ਨਹੀਂ ਮੜ ਸਕਦੇਗੇ ਕਿਉਂਕਿ ਇਹਨਾਂ ਦਾ ਜਲੂਸ ਬਹੁਤ ਨਿਕਲਣਾ, ਠੀਕ ਆ। ਜਿਹੜੀ ਫੌਜ ਦੇ ਸਿਰ ਤੇ ਟਾਰਾਂ ਮਾਰਦੇ ਸੀਗੇ ਤੇ ਉਹ ਵਿਚਾਰੇ ਉਹ ਤਾਂ ਬਾਗੀਆਂ ਪਾਉਂਦੇ ਹੋਣਗੇ। ਇਮਰਾਨ ਖਾਨ ਹੋਰੀ ਤਾਂ ਬੈਠ ਕੇ AC ਕਮਰਾਂ ਦੇ ਵਿੱਚ ਬਾਗੀਆਂ ਪਾਉਂਦੇ ਹੋਣਗੇ ਕਿ ਜਿਹੜਾ ਤੁਹਾਡਾ ਗੋਦੀ ਮੀਡੀਆ ਪਾਣੀ ਪੀ ਪੀ ਕੇ ਕੋਸਦਾ ਸੀ ਪਾਕਿਸਤਾਨ ਨੂੰ ਜਾਂ ਹੋਰ ਮੁਲਕਾਂ ਦੀਆਂ ਮਤਲਬ ਵੀ ਇੰਟੈਲੀਜੈਂਸਾਂ ਨੂੰ, ਤੇ ਤੁਹਾਡਾ ਆਪਦਾ ਸੱਤਿਆਨਾਸ਼ ਤੁਸੀਂ ਆਪ ਕਰਵਾ ਲਿਆ, ਠੀਕ ਆ। ਸਾਨੂੰ ਇੱਕ ਗੱਲ ਦੀ ਹੈਰਾਨੀ ਹੁੰਦੀ ਆ, ਅਸੀਂ ਸੰਘਰਸ਼ ਕਰਨ ਵਾਲੇ ਲੋਕ ਆ, ਜਦੋਂ ਪੁਲਿਸ ਤੋਂ ਕੰਮ ਲੋਟ ਨਹੀਂ ਆਉਂਦਾ ਤਾਂ ਫੌਜ ਸਾਡੇ ਗੱਲ ਪਵਾਈ ਜਾਂਦੀ। ਆਪਾਂ ਮੋਗੇ ਦੀ ਧਰਤੀ 'ਤੇ ਖੜ੍ਹੇ ਆ, ਠੀਕ ਆ। 1975 ਦੀ ਐਮਰਜੈਂਸੀ ਦਾ ਫਿਰ ਆਉਣ ਵਾਲਾ 26 ਜੂਨ ਨੂੰ ਪ੍ਰੋਟੈਸਟ ਵੀ ਇੱਥੇ ਹੋ ਰਿਹਾ। ਐਮਰਜੈਂਸੀ ਲਾਈ ਗਈ
ਸਭ ਤੋਂ ਵੱਧ ਵਿਦਿਆਰਥੀਆਂ ਨੂੰ ਮਤਲਬ ਉਹਨਾਂ ਦੇ ਪਾਬੰਦੀ ਮੜੀ ਗਈ ਆ ਤੇ ਸਭ ਤੋਂ ਵੱਧ ਤਸ਼ੱਦਦ ਜਿਹੜਾ ਮੋਗੇ ਦੀ ਧਰਤੀ ਤੇ ਹੋਇਆ। ਠੀਕ ਆ, ਇਸ ਮੋਗੇ ਦੀ ਧਰਤੀ ਦਾ ਇੱਕ ਇਤਿਹਾਸ ਆ। ਠੀਕ ਆ, ਉਸੇ ਤਰ੍ਹਾਂ ਹੀ ਜਿਹੜਾ ਇਹ ਕਰਨਾ ਚਾਹੁੰਦੇ ਆ ਵੀ ਕਿਸੇ ਤੇ ਪਰਚਾ ਦਰਜ ਕਰਕੇ ਜਾਂ ਕਿਸੇ ਤੇ ਹੋਰ ਕਰਕੇ ਵੀ ਇਹਨਾਂ ਨੂੰ ਅੰਦਰ ਵਾੜ ਦਾਂਗੇ, ਇਹ ਬਹੁਤ ਵੱਡੇ ਭੁਲੇਖੇ ਦੇ ਵਿੱਚ ਫਿਰਦੇ ਆ। ਇਹਨਾਂ ਨੂੰ ਇਸ ਭੁਲੇਖੇ ਦੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ। ਇਹ ਕਾਨੂੰਨ ਨੂੰ ਜਿੰਨਾ ਛੇਤੀ ਹੋ ਸਕੇ ਇਹ ਰੱਦ ਕੀਤਾ ਜਾਣਾ ਚਾਹੀਦਾ। ਜੇ ਰੱਦ ਨਾ ਕਰਨਗੇ ਹਾਲਾਤ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵਿਗੜਨੇ ਆ। ਇਹ ਕਿਸੇ ਤੋਂ ਸਾਂਭੇ ਜਿਹੜੇ ਆ ਉਹ ਨਹੀਂ ਜਾਣੇ। ਅਗਨੀਪਥ ਸਕੀਮ ਜਿਸ ਕਰਕੇ ਰੱਦ ਹੋਣੀ ਚਾਹੀਦੀ ਆ। ਕਿਸਾਨ ਅੰਦੋਲਨ ਦੀ ਜਿੱਤ ਹੋਈ, ਕਿਸਾਨ ਜਿੱਤੇ, ਉਹਦਾ ਇੱਕ ਕਾਰਨ ਸੀ ਕਿ ਜਥੇਬੰਦੀਆਂ ਮਤਲਬ ਬਹੁਤ ਮਜ਼ਬੂਤ ਸੀਗੀਆਂ, ਉਹਨਾਂ ਨੇ ਗੱਲ ਸਮਝਾਈ। ਪਰ ਦੂਜੇ ਪਾਸੇ ਜਿਹੜੀਆਂ ਨੌਜਵਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਸੇਧ ਦੇਣੀ, ਉਹ ਬਹੁਤ ਕਮਜ਼ੋਰ ਸਥਿਤੀ ਦੇ ਵਿੱਚ ਨੇ। ਕੀ ਲੱਗਦਾ ਵੀ ਉਹ ਇਹਨਾਂ ਨੂੰ ਰੋਲ ਬੈਕ ਦੇ ਪਾਉਣਗੇ? ਜੇ ਕਿਸਾਨਾਂ ਨੂੰ ਇਹ ਕਹਿੰਦਾ ਵੀ ਇਹ ਸੁਲਝੇ ਹੋਏ ਸੀ, ਡਿਸਪਲਿਨ ਸੀ। ਪਹਿਲੀ ਗੱਲ ਤਾਂ ਇਹਨਾਂ ਨੇ ਕਿਸਾਨਾਂ ਨੂੰ ਵੀ ਬਹੁਤ ਭੰਡਿਆ। ਇਹ ਸਿਰਫ ਕਹਿਣ ਦੀਆਂ ਗੱਲਾਂ ਵੀ ਕਿਸਾਨ ਲੀਡਰਸ਼ਿਪ ਸਿਆਣੀ ਸੀਗੀ ਤੇ ਸਿਆਣੇ ਤਾਂ ਫਿਰ ਅਸੀਂ ਵੀ ਬੈਠੇ ਆ। ਅੱਜ ਅਸੀਂ ਲੁਧਿਆਣੇ ਜਾ ਕੇ ਆਏ ਆ, ਸਾਡੇ ਵਰਗੇ ਹੋਰ ਬਹੁਤ ਲੋਕ ਸਿਆਣੇ ਹੋਣਗੇ ਜਿਹੜੇ ਵਧੀਆ ਅਗਵਾਈ ਇਸ ਅੰਦੋਲਨ ਨੂੰ ਦੇ ਸਕਦੇ ਸੀਗੇ। ਅਸੀਂ ਅੱਜ ਜਾ ਕੇ ਆਏ ਆ। ਠੀਕ ਹੈ, ਅਸੀਂ ਕਿਹਾ ਕਿ ਕੱਲ੍ਹ ਹੀ ਅਨੰਦਪੁਰ ਸਾਹਿਬ ਪ੍ਰੋਟੈਸਟ ਹੋਇਆ, ਆਰਗੇਨਾਈਜੇਸ਼ਨਾਂ ਦੀ ਅਗਵਾਈ ਦੇ ਵਿੱਚ ਹੋਇਆ, ਕੋਈ ਸਾੜ ਫੂਕ ਕੋਈ ਭੰਨ ਤੋੜ ਨਹੀਂ ਹੋਏਗੀ। ਇਹ ਪ੍ਰੋਟੈਸਟ ਸਿਰਫ ਉੱਥੇ ਅੱਗ ਜਣੀ ਜਾਂ ਭੰਨ ਤੋੜ ਹੋਈ ਹੈ ਜਿੱਥੇ ਸਰਕਾਰ ਨੇ, ਪ੍ਰਸ਼ਾਸਨ ਨੇ ਵਧੀਆ ਰਿਸਪੌਂਸ ਨਹੀਂ ਦਿੱਤਾ ਗਾ, ਜਿੱਥੇ ਉਹਨਾਂ ਨੂੰ ਉਹ ਕੰਮ ਕਰਨ ਦਾ ਮਜਬੂਰ ਕੀਤਾ ਗਿਆ ਤਾਂ ਕੀਤਾ। ਬਾਕੀ ਕੋਈ ਮਾਂ ਦੇ ਪੇਟ 'ਚੋਂ ਲੜਨਾ ਸਿੱਖ ਕੇ ਨਹੀਂ ਆਉਂਦਾ ਗਾ। ਇਹ ਤਾਂ ਵਿਚਾਰੇ ਅਗਨੀਵੀਰ ਭਰਤੀ ਹੋ ਕੇ ਤੁਹਾਡੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਤੇ ਤੁਸੀਂ ਇਹਨਾਂ ਦੀ ਸੇਵਾ ਹੀ ਕਰਤੀ ਡਾਂਗਾ ਮਾਰ ਮਾਰ ਕੇ। ਠੀਕ ਆ, ਤੁਸੀਂ ਇਹਨਾਂ ਤੋਂ ਸੇਵਾ ਕਰਵਾ ਲੈਂਦੇ, ਧਰਨੇ ਵਿਚਾਰੇ ਨਹੀਂ ਲਾਉਣੇ ਸੀਗੇ ਇਹਨਾਂ ਨੇ। ਠੀਕ ਆ, ਹੁਣ ਇਹ ਮਾਂ ਦੇ ਪੇਟ 'ਚੋਂ ਸਿੱਖ ਕੇ ਨਹੀਂ ਆਏਗੇ। ਆਪਾਂ ਕਿਸੇ ਬੰਦੇ ਨੂੰ ਕਹਿ ਦਈਏ ਮੈਂ ਬੀਕਾਮ ਕੀਤੀ ਹੋਈ ਆ, ਠੀਕ ਆ, ਮੇਰਾ ਮਤਲਬ ਵੀ ਗੱਡੀਆਂ ਦੀ ਰਿਪੇਅਰ ਕਰਨ ਵਾਸਤੇ ਕੋਈ ਮੈਨੂੰ ਕਹਿ ਦੇ, ਗੱਡੀ ਖੋਲ੍ਹ ਕੇ ਫੜਾ ਦੇ ਮੈਨੂੰ ਵੀ ਤੂੰ 24 ਘੰਟੇ 'ਚ ਗੱਡੀ ਜਿਹੜੀ ਜੜ ਕੇ ਤਿਆਰ ਕਰਨੀ ਆ ਤੇ ਮੈਂ ਗੱਡੀ ਦਾ ਕੀ ਜਲੂਸ ਕੱਢੂੰਗਾ, ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਉਹਨਾਂ ਲੋਕਾਂ ਨੂੰ ਧਰਨੇ ਵਿਚਾਰੇ ਲਾਉਣੇ ਹੀ ਨਹੀਂ ਆਉਂਦੇ ਵਿਚਾਰਿਆਂ ਨੂੰ। ਉਹ ਤਾਂ ਪੱਕਾ ਇਹ ਕਰੀ ਬੈਠੇ ਸੀਗੇ ਕਿ 15 ਸਾਲ ਦੀ ਨੌਕਰੀ ਕਰਾਂਗੇ, ਟੌਰ ਨਾਲ ਰਵਾਂਗੇ, ਪੱਕੀ ਪੈਨਸ਼ਨ ਆ ਜਾਣੀ ਆ, ਘਰ ਆ ਕੇ ਪਿੰਡ ਵਾਪਸ ਆ ਕੇ ਜਿੰਨੀ ਪੈਨਸ਼ਨ ਮਿਲੂਗੀ ਉਹਨਾਂ ਨਾਲ ਕਾਰੋਬਾਰ ਖੋਲਾਂਗੇ, ਮਾੜੀ ਮੋਟੀ ਜ਼ਮੀਨ ਲੈ ਲਾਂਗੇ। ਯੂਪੀ ਬਿਹਾਰ ਦੇ ਜਿਹੜੇ ਵਿਚਾਰੇ ਸੋਚਦੇ ਸੀਗੇ ਤੇ ਵਧੀਆ ਜ਼ਿੰਦਗੀ ਦਾ ਗੁਜ਼ਾਰਾ ਜਿਹੜਾ ਚੱਲੂਗਾ। ਤੇ ਉਹਨਾਂ ਨੂੰ ਕੀ ਪਤਾ ਸੀਗਾ ਕਿ ਅਗਨੀ ਸੱਪ ਵਾਲਾ ਸੱਪ ਇਹਨਾਂ ਨੇ ਕੱਢ ਮਾਰਨਾ ਹੈਗਾ। ਉਹਨਾਂ ਨੂੰ ਧਰਨੇ ਮੁਜ਼ਾਹਰੇ ਕਰਨ ਵਾਸਤੇ ਮਜਬੂਰ ਕੀਤਾ। ਇਹ ਗੱਲ ਬਿਲਕੁਲ ਠੀਕ ਆ ਕਿ ਉਹ ਗੈਰ ਜਥੇਬੰਦ ਨੌਜਵਾਨ ਆ, ਪਰ ਜਿਹੜੇ ਗੈਰ ਜਥੇਬੰਦ ਹੁੰਦੇ ਆ ਫਿਰ ਆਈ ਕਰਦੇ ਹੁੰਦੇ ਆ। ਇਹ ਹੁਣ ਸਰਕਾਰ ਨੇ ਦੇਖਣ ਉਹਨਾਂ ਨੂੰ ਸਾਂਭਣਾ ਕਿ ਨਹੀਂ ਸਾਂਭਣਾ। ਜੇ ਨਹੀਂ ਸਾਂਭਣਗੇ ਤਾਂ ਫਿਰ ਇਸ ਤੋਂ ਹੋਰ ਵੀ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ। ਫਿਰ ਵੀ ਅਸੀਂ ਕਵਾਂਗੇ ਕਿ ਨੌਜਵਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਆ। ਉਹਨਾਂ ਨੇ ਜੋ ਕੀਤਾ ਕੁਛ ਗਲਤ ਨਹੀਂ ਕੀਤਾ ਗਾ। ਉਹਨਾਂ ਦੇ ਗੁੱਸੇ ਦੇ ਅੱਗੇ ਜੋ ਆਇਆ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਹੱਕ ਸੀਗਾ। ਪਰ ਉਹਨਾਂ ਨੂੰ ਜਥੇਬੰਦਕ ਰੂਪ ਦੇ ਵਿੱਚ ਨੌਜਵਾਨਾਂ ਨੂੰ ਜ਼ਰੂਰ ਚੱਲਣਾ ਚਾਹੀਦਾ। ਜੇ ਜਥੇਬੰਦਕ ਰੂਪ 'ਚ ਚੱਲ ਕੇ ਤੇ ਲੰਬਾ ਸਮਾਂ ਬੈਠ ਕੇ ਮੁਜ਼ਾਹਰੇ ਧਰਨੇ ਕਰਕੇ ਜੇ ਆਪਾਂ ਅਗਨੀਪਥ ਦੀ ਸਕੀਮ ਰੱਦ ਕਰਵਾਈਏ ਤਾਂ ਬਹੁਤ ਛੇਤੀ ਜਿਹੜੀ ਆ ਰੱਦ ਹੋ ਸਕਦੀ ਆ। ਕਿਸਾਨੀ ਅੰਦੋਲਨ ਨੇ ਸਾਨੂੰ ਇਹ ਬਿਲਕੁਲ ਗੱਲ ਜਿਹੜੀ ਸਿਖਾਈ ਆ। ਸਾਨੂੰ ਵੀ ਇਸ ਤੋਂ ਸਿੱਖ ਕੇ ਇਹਦੇ ਖਿਲਾਫ ਲੜਾਈ ਜਿਹੜੀ ਸਿੱਧਤ ਕਰਨੀ ਚਾਹੀਦੀ ਆ। ਤਾਂ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਸਰਕਾਰ ਇਹ ਵਾਰ-ਵਾਰ ਕਹਿੰਦੀ ਤਾਂ ਹੈ ਕਿ ਸਮਝਾਉਣ 'ਚ ਅਸਮਰਥ ਰਹੇ ਆ, ਪਰ ਸਰਕਾਰ ਜਾਣਬੁੱਝ ਕੇ ਪ੍ਰਚਾਰ ਕਰ ਰਹੀ ਆ। ਉਹਨਾਂ ਨੇ ਕਿਸਾਨਾਂ ਖਿਲਾਫ ਵੀ ਕੂੜ ਪ੍ਰਚਾਰ ਕੀਤਾ, ਪਰ ਸਰਕਾਰ ਨੂੰ ਪਿੱਛੇ ਹਟਣਾ ਪਿਆ। ਨੌਜਵਾਨ ਅੰਦੋਲਨ ਦੇ ਵਿੱਚ ਵੀ ਅਗਨੀਪਥ ਸਕੀਮ ਉਹਨਾਂ ਨੂੰ ਰੱਦ ਕਰਨੀ ਪਊਗੀ। ਬਿਨਾਂ ਸ਼ੱਕ ਨੌਜਵਾਨ ਉਹਨਾਂ ਦੇ ਕਹਿਣ ਅਨੁਸਾਰ ਅੱਗ ਦੀ ਨਾਲ ਹੁੰਦੇ ਆ। ਇਸ ਉਮਰ ਦੇ ਵਿੱਚ ਉਹ ਕੁਝ ਵੀ ਕਰ ਸਕਦੇ ਆ ਤੇ ਉਹਨਾਂ ਨੇ ਜਿਹੜੀ ਗਰੀਬੀ ਵਾਸਤੇ ਲੜਨਾ ਸੀ, ਮਹਿੰਗਾਈ ਵਾਸਤੇ ਲੜਨਾ ਸੀ, ਘਰਾਂ ਦੀ ਹਾਲਤ ਸੁਧਾਰਨ ਵਾਸਤੇ ਲੜਨਾ ਸੀ, ਫੌਜ ਦੇ ਵਿੱਚ ਦੇਸ਼ ਦੀ ਸੇਵਾ ਵਾਸਤੇ ਲੜਨਾ ਸੀਗਾ। ਉਹਨਾਂ ਤੋਂ ਤੁਸੀਂ ਉਹ ਹੱਕ ਖੋਇਆ, ਇਸ ਕਰਕੇ ਉਹ ਇਹ ਸਾਰਾ ਕੁਝ ਕਰ ਰਹੇ ਆ। ਕੈਮਰਾਮੈਨ ਜਸ ਦੇ ਨਾਲ ਮੈਂ ਮੋਹਨ ਸਿੰਘ ਔਲਖ, ਲੋਕ ਆਵਾਜ਼ ਟੀਵੀ ਲਈ ਧੰਨਵਾਦ।